ਬੱਚਾ ਇੱਥੇ ਸਿਸਟਮ ਦਾ ਸਤਾਇਆ। ਬੱਚਾ ਕਹਿੰਦਾ ਅੱਜ ਇੱਥੇ ਮੈਂ ਗ੍ਰੈਜੂਏਸ਼ਨ ਕਰ ਲਈ, ਮਾਸਟਰ ਕਰ ਲਈ, ਥੱਬਾ ਭਰ ਲਿਆ ਫਾਈਲਾਂ ਦਾ, ਪੜ੍ਹਾਈ ਦੀਆਂ ਫਾਈਲਾਂ ਦਾ। ਅੱਜ 10,000 ਦੀ ਨੌਕਰੀ ਪਿੱਛੇ ਲਾਈਨ ਲੰਬੀ ਲੱਗੀ ਹੁੰਦੀ ਆ। ਇੱਕ ਨੌਕਰੀ 'ਚ ਜਿੱਥੇ 84 ਬੰਦੇ ਰੱਖੇ ਜਾਣੇ ਸੀ ਔਰ ਪਤਾ ਨਹੀਂ ਲੱਖਾਂ ਲੋਕਾਂ ਨੇ ਪੇਪਰ ਦਿੱਤਾ ਇੱਕ ਪੀਐਨ ਦੀ ਨੌਕਰੀ ਲਈ। ਅੱਜ ਬੱਚੇ ਨੂੰ ਪੁੱਛੋ 12ਵੀਂ ਕਰਕੇ ਕੀ ਕਰਨਾ, ਬੱਚਾ ਕਹਿੰਦਾ ਮੈਂ ਆਇਲਟਸ ਕਰਕੇ ਬਾਹਰ ਜਾਣਾ। ਪਰ ਅੱਜ ਅਸੀਂ ਇੱਥੇ 10 15 20 ਲੱਖ ਲਾ ਕੇ ਬੱਚੇ ਨੂੰ ਕੋਈ ਰੁਜ਼ਗਾਰ ਸ਼ੁਰੂ ਵੀ ਕਰਕੇ ਦਿੰਦੇ ਆ ਤਾਂ ਵੀ ਸਰਕਾਰਾਂ ਬਾਂਹ ਨਹੀਂ ਫੜਦੀਆਂ। ਔਰ ਘੱਟੋ ਘੱਟ 15 ਤਰ੍ਹਾਂ ਦੇ ਡਿਪਾਰਟਮੈਂਟ ਆ ਜਿਹੜੇ ਬੰਦੇ ਨੂੰ ਖੱਜਲ ਖੁਆਰ ਕਰਦੇ ਆ। ਬੱਚਾ ਬਾਹਰ ਜਾ ਕੇ ਚਾਹੇ ਮੈਂ ਕਹਿੰਦਾ ਉੱਥੇ ਭਾਂਡੇ ਧੋਂਦਾ, ਚਾਹੇ ਉਹ ਵੇਟਰ ਜੌਬ ਕਰਦਾ, ਪਰ ਇੱਕ ਵੇਟਰ ਤੇ ਜੌਬ ਕਰਨ ਵਾਲਾ ਔਰ ਜਿਹੜਾ ਰੈਸਟੋਰੈਂਟ ਦਾ ਮਾਲਕ ਆ ਇਕੱਠੇ ਇੱਕੋ ਥਾਂ ਤੇ ਬੈਠ ਕੇ ਸ਼ਾਮ ਨੂੰ ਰੋਟੀ ਖਾਂਦੇ ਨੇ। ਕੰਟਰੀ ਦੀ ਐਲੀਜੀਬਿਲਟੀ ਬਾਅਦ ਮੈਂ ਚੈੱਕ ਕਰਦਾ ਕਿ ਉਹਦੇ ਬੱਚੇ ਦੇ ਮਾਪੇ ਕੋਲ ਪੈਸਾ ਬਜਟ ਉਹਨਾਂ ਹੈਗਾ। ਜੇ ਉਹਦੇ ਮਾਪੇ ਕੋਲ ਬਜਟ ਹੀ ਉਹਨਾਂ ਨਹੀਂ ਹੈਗਾ ਤਾਂ ਮੈਂ ਨਹੀਂ ਕਹੂੰਗਾ ਜ਼ਮੀਨ ਵੇਚ ਕੇ ਜਾਂ ਗਹਿਣੇ ਰੱਖ ਕੇ ਤੁਸੀਂ ਬਾਹਰ ਜਾਓ। ਪੰਜਾਬ ਵਿੱਚ ਜਿਹੜੀ ਗਲਤ ਜਿਹੜੀ ਪ੍ਰੈਕਟਿਸ ਹੋ ਰਹੀ ਹੈ ਉਹਨੂੰ ਰੋਕਣਾ ਚਾਹੀਦਾ। ਅਸੀਂ ਉਹਦੇ ਨਾਲ ਸਾਥ ਦੇਣ ਨੂੰ ਤਿਆਰ ਹਾਂ। ਇਹ ਉਹ ਇੰਡਸਟਰੀ ਆ ਪ੍ਰਦੀਪ ਭਾਜੀ ਜਿਹਨੇ ਪੰਜਾਬ ਦੇ ਵਿੱਚ ਅੱਤਵਾਦ ਖਤਮ ਕੀਤਾ। ਇਹ ਉਹ ਇੰਡਸਟਰੀ ਆ ਜਿਹਨੇ ਪੰਜਾਬ ਦੇ ਵਿੱਚ NRI ਪੈਦਾ ਕੀਤੇ। ਪਰ ਜਦ ਤੱਕ ਮਾੜੇ ਅਨਸਰ ਨਹੀਂ ਖਤਮ ਹੁੰਦੇ, ਇਹ ਇੰਡਸਟਰੀ ਅੱਜ ਵੀ ਚੋਰਾ ਇੰਡਸਟਰੀ ਖਾਏ। ਬਾਹਰ ਜਾਣ ਦਾ ਸੁਪਨਾ ਦਿਮਾਗ 'ਚ ਆਵੇ, ਖਿਆਲ ਦਿਮਾਗ 'ਚ ਆਵੇ, ਮੇਰੀਆਂ ਮਿੱਠੀਆਂ ਗੱਲਾਂ 'ਚ ਜਾਂ ਕਿਸੇ ਦੀਆਂ ਕੌੜੀਆਂ ਗੱਲਾਂ 'ਚ ਨਹੀਂ ਜਾਣਾ, ਜਾਂ ਮੇਰੀਆਂ ਕੌੜੀਆਂ ਤੇ ਕਿਸੇ ਦੀ ਮਿੱਠੀਆਂ ਗੱਲਾਂ 'ਚ ਜਾਣਾ। ਆਪਣੇ ਦਿਮਾਗ ਤੋਂ, ਆਪਣੇ ਸਮਝ ਤੋਂ ਕੰਮ ਲੈਣਾ, ਕਿਉਂਕਿ ਜ਼ਿੰਦਗੀ ਤੁਹਾਡੀ ਹੈ। ਸੋ ਜੋ ਕੰਸਲਟੈਂਟ ਦੀ ਚੋਣ ਕਰਨੀ ਹੈ, ਤੁਸੀਂ ਉਹਦੀਆਂ ਸਕਸੈਸ ਸਟੋਰੀ ਦੇ ਨਾਲ ਇਹ ਵੀ ਦੇਖੋ ਕਿ ਉਹਦੀ ਜਿਹੜੀ ਸਕਸੈਸ ਰੇਸ਼ੋ ਕੀ ਹੈ। ਜੇ ਉਹਨੇ 10 ਵੀਜ਼ੇ ਲਵਾਏ, 10 ਵੀਜ਼ੇ ਕਿੰਨਿਆਂ ਪਿੱਛੇ ਲਵਾਏ ਉਹਨੇ, ਔਰ ਦੇਖੋ ਕਿੰਨੇ ਚਿਰ ਤੋਂ ਪੁਰਾਣਾ ਕੰਮ ਕਰ ਰਿਹਾ, ਕਿਹੜੀ ਕੰਟਰੀ 'ਚ ਉਹਦੀ ਕਿਸ ਤਰ੍ਹਾਂ ਦੀ ਮੁਹਾਰਤ ਹੈ। ਕਿ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਸਿਰਫ ਇੱਕ ਵੀਜ਼ੇ ਦੇ ਲਾਲਚ ਨੂੰ ਆਪਾਂ ਆਪਣੇ ਕਦਰਾਂ ਕੀਮਤਾਂ ਗਵਾ ਬੈਠੇ ਹਾਂ। ਪੰਜਾਬੀ ਜਿਹੜਾ ਅਣਖੜੀ ਜਾਣਿਆ ਜਾਂਦਾ ਸੀ, ਅੱਜ ਸਿਰਫ ਇੱਕ ਛੋਟੇ ਜਿਹੇ ਵੀਜ਼ੇ ਦੇ ਲਾਲਚ ਪਿੱਛੇ ਆਪਣੇ ਧੀਆਂ ਦੇ ਪੁੱਤਾਂ ਦੇ ਰਿਸ਼ਤੇ ਕਰਦੇ ਹਾਂ। ਮੈਨੂੰ ਲੱਗਦਾ ਸ਼ਾਇਦ ਇਸ ਤੋਂ ਵੱਡੀ ਲਾਹਨਤ ਪੰਜਾਬੀ ਤੋਂ ਕੋਈ ਨਹੀਂ ਹੋ ਸਕਦੀ। ਤੇ ਨਾਲ ਦੀ ਨਾਲ ਹੁਣ ਇਹ ਦੱਸੋ ਵੀ RS ਗਲੋਬਲ ਇਮੀਗ੍ਰੇਸ਼ਨ ਵੱਲੋਂ ਕਿਹੜੀਆਂ ਸਰਵਿਸਿਜ਼ ਦਿੱਤੀਆਂ ਜਾਂਦੀਆਂ, ਕਿਹੜੀ ਕੰਟਰੀਜ਼ ਦੇ ਵਿੱਚ ਸਟੂਡੈਂਟ ਵੀਜ਼ੇ ਲਾਏ ਜਾਂਦੇ ਨੇ, ਕਿਹੜੀ ਕੰਟਰੀਜ਼ ਦੇ ਵਿੱਚ PR ਕੇਸ ਅਪਲਾਈ ਕੀਤੇ ਜਾਂਦੇ ਨੇ, ਔਰ ਕਿੰਨੇ ਕੁ ਸਟੂਡੈਂਟ ਆ ਜਿਨ੍ਹਾਂ ਦੇ ਭਵਿੱਖ ਦੇ ਵਿੱਚ ਤੁਸੀਂ ਆਪਣਾ ਉਹਨਾਂ ਦੀ ਘਰ ਦੀ ਨੀਂਹ ਦੇ ਵਿੱਚ ਆਪਣਾ ਯੋਗਦਾਨ ਪਾ ਚੁੱਕੋ। ਪ੍ਰੋਗਰਾਮ ਮੇਰਾ ਅਮਰੀਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿੱਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਇਮੀਗ੍ਰੇਸ਼ਨ ਬਾਰੇ, ਕਿਉਂਕਿ ਪੰਜਾਬ ਦੇ ਵਿੱਚ ਕੋਈ ਨਹੀਂ ਰਹਿਣਾ ਚਾਹੁੰਦਾ। ਪੰਜਾਬ ਦੇ ਵਿੱਚੋਂ ਜਦੋਂ ਵੀ ਸਟੂਡੈਂਟ +2 ਕਰ ਲੈਂਦਾ ਤਾਂ ਉਹਨੂੰ ਆਏ ਹੁੰਦਾ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਬਾਹਰ ਚਲੇ ਜਾਵਾਂ। ਕੋਈ ਸਹੀ ਤਰੀਕੇ ਨਾਲ ਜਾਂਦਾ ਹੈ, ਕੋਈ ਗਲਤ ਰਾਹ ਅਖਤਿਆਰ ਕਰਾਉਂਦਾ ਹੈ। ਆਓ ਗੱਲਬਾਤ ਕਰਦੇ ਹਾਂ ਸਾਡੇ ਪ੍ਰੋਗਰਾਮ ਦੇ ਵਿੱਚ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਮਹਿਮਾਨ ਨੇ RS ਗਲੋਬਲ ਇਮੀਗ੍ਰੇਸ਼ਨ ਤੋਂ ਸੁਖਚੈਨ ਸਿੰਘ ਰਾਹੀ ਸਾਹਿਬ, ਤੁਹਾਡਾ ਸਵਾਗਤ ਹੈ। ਔਰ ਅੱਜ ਦਾ ਪ੍ਰੋਗਰਾਮ ਮੈਂ ਪਹਿਲਾਂ ਹੀ ਇਹ ਕਲੀਅਰ ਕਰਨਾ ਚਾਹਾਂਗਾ, ਕੋਈ ਐਡਵਰਟਾਈਜ਼ਮੈਂਟ ਨਹੀਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਅਸੀਂ ਇਨਫੋਰਮੇਸ਼ਨ ਦੇਵਾਂਗੇ ਵੀ ਬਾਹਰ ਕਿਵੇਂ ਜਾਇਆ ਜਾ ਸਕਦਾ ਹੈ ਔਰ ਬਾਹਰ ਜਾਣ ਦੇ ਸਹੀ ਤਰੀਕੇ ਕੀ ਹੋ ਸਕਦੇ ਨੇ। ਸਾਹਿਬ, ਸਵਾਗਤ ਹੈ ਸਾਡੇ ਪ੍ਰੋਗਰਾਮ ਮੇਰਾ ਅਮਰੀਕਾ ਦੇ ਵਿੱਚ। ਥੈਂਕ ਯੂ ਪ੍ਰਦੀਪ ਜੀ। ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ਮੇਰੀ ਸਮੁੱਚੀ ਟੀਮ ਵੱਲੋਂ ਪਿਆਰ ਸਤਿਕਾਰ ਬੜੀ ਸਤਿ ਸ਼੍ਰੀ ਅਕਾਲ। ਧੰਨਵਾਦ ਤੁਹਾਡੇ ਚੈਨਲ ਦਾ ਜੋ ਤੁਸੀਂ ਮੈਨੂੰ ਮੌਕਾ ਦਿੱਤਾ ਦਰਸ਼ਕਾਂ ਰੂਬਰੂ ਹੋ ਕੇ ਆਵਾਜ਼ ਤੋਂ ਪ੍ਰਵਾਸ ਦੀਆਂ ਗੱਲਾਂ ਕਰਨ ਬਾਰੇ ਜਿਹੜੀ ਅਵੇਅਰਨੈਸ ਜੋ ਤੋਂ ਕੰਪੇਨਿੰਗ ਸ਼ੁਰੂ ਕੀਤੀ ਹੈ। ਵੀ ਜਿਵੇਂ ਆਪਾਂ ਗੱਲ ਸ਼ੁਰੂਆਤ 'ਚ ਕੀਤੀ ਕਿ ਕੋਈ ਕਮਰਸ਼ੀਅਲ ਪ੍ਰੋਗਰਾਮ ਨਹੀਂ ਹੈ, ਇਹ ਬੇਸਿਕਲੀ ਲੋਕਾਂ ਨੂੰ ਅਵੇਅਰ ਕਰਨਾ ਬੜਾ ਜ਼ਰੂਰੀ ਹੈ। ਤੁਸੀਂ ਦੱਸਿਆ ਸ਼ੁਰੂਆਤ ਵਿੱਚ ਕਿ ਹਰ ਕੋਈ ਬੱਚਾ ਬਾਹਰ ਜਾਣਾ ਚਾਹੁੰਦਾ, ਇੱਥੇ ਕਿਉਂ ਨਹੀਂ ਰਹਿਣਾ ਚਾਹੁੰਦਾ, ਕਾਰਨ ਕੀ ਹੈ? ਸਰਕਾਰਾਂ ਦੇ ਸਤਾਏ ਹੋਏ, ਸਿਸਟਮ ਦੇ ਸਤਾਏ ਹੋਏ ਬੱਚੇ, ਜਾਂ ਫਿਰ ਜੇ ਗੱਲ ਕਰੀਏ ਅੱਜ ਤੋਂ 10 15 ਸਾਲ 20 ਸਾਲ ਪਹਿਲਾਂ ਜਿਹੜੇ ਜੇ ਦੁਆਬੇ ਦੀ ਮੈਂ ਗੱਲ ਕਰਾਂ, ਕਿਉਂਕਿ ਮੈਂ ਦੁਆਬੇ ਤੋਂ ਬਿਲੋਂਗ ਕਰਦਾ, ਦੁਆਬੇ ਦੀ ਜਿਹੜੀ ਬੈਲਟ ਹੈ ਉਹ ਮੈਨੂੰ ਲੱਗਦਾ ਸ਼ਾਇਦ ਸਭ ਤੋਂ ਪਹਿਲਾਂ ਬਾਹਰਲੇ ਮੁਲਕਾਂ 'ਚ ਗਈ ਸੀਗੀ, ਚਾਹੇ ਉਹ ਅਮਰੀਕਾ ਹੋਵੇ, ਚਾਹੇ ਉਹ ਯੂਰਪ ਹੋਵੇ, ਚਾਹੇ ਕੈਨੇਡਾ ਹੋਵੇ। ਸੋ ਬਾਹਰਲੇ ਮੁਲਕਾਂ ਦਾ ਜਾਣਾ ਰੁਝਾਨ ਕੋਈ ਨਵਾਂ ਨਿਗਾ, ਇਹ ਦੁਆਬੇ 'ਚ ਘੱਟੋ ਘੱਟ 50 ਸਾਲ ਤੋਂ ਪੁਰਾਣਾ ਚੱਲ ਰਿਹਾ। ਜਿਹਦੇ ਪੁਰਾਣੇ ਚਾਚੇ ਤਾਏ ਮਾਮੇ ਦੇ ਮੁੰਡੇ ਬੈਠੇ ਨੇ, ਭੈਣਾਂ ਭਰਾਵਾਂ ਇੱਥੇ ਜਿਹੜੇ ਬੈਠੇ ਨੇ, ਉਹਨਾਂ ਦੀ ਜਿਹੜੀ ਚਕਾਚੌਂਧ ਵੇਖ ਕੇ ਫਿਰ ਪੰਜਾਬ ਦਾ ਬੱਚਾ ਕਹਿੰਦਾ ਮੈਂ ਬਾਹਰ ਜਾਣਾ। ਇੱਕ ਸਮੇਂ ਇਹ ਉਹ ਸ਼ੌਂਕ ਸੀਗਾ, ਜਾਂ ਕਹੀਏ ਇੱਕ ਸਮੇਂ ਦੀ ਡਿਮਾਂਡ ਸੀ ਕਿ ਮੇਰੀ ਮੁੱਛ ਖੜੀ ਜਾਣੀ ਚਾਹੀਦੀ ਹੈ। ਪਰ ਸਾਹਿਬ, ਤੁਹਾਨੂੰ ਨਹੀਂ ਲੱਗਦਾ ਵੀ ਇਹ ਸ਼ੌਂਕ ਆ ਜਿਹੜਾ ਹੌਲੀ ਹੌਲੀ ਬੱਚਿਆਂ ਦੀ ਮਜਬੂਰੀ ਬਣਦਾ ਜਾ ਰਿਹਾ? ਉਹਦਾ ਕਾਰਨ ਕੀ ਸਮਝਦੇ ਹੋ? ਕਿਉਂ ਇੱਥੇ ਬੱਚਿਆਂ ਨੂੰ ਲੱਗਦਾ ਵੀ ਸਾਡਾ ਜਿਹੜਾ ਭਵਿੱਖ ਆ ਪੰਜਾਬ ਦੇ ਵਿੱਚ ਸਿਕਿਉਰ ਨਹੀਂ? ਜੇ ਆਪਾਂ ਸਾਊਥ ਦੀ ਗੱਲ ਕਰ ਲਈਏ, ਜੇ ਆਪਾਂ ਹੋਰ ਪ੍ਰਾਂਤਾਂ ਦੀ ਗੱਲ ਕਰ ਲਈਏ, ਤਾਂ ਉੱਥੇ ਤਾਂ ਕਿਤੇ ਨਾ ਕਿਤੇ ਬੱਚੇ ਆਪਣੇ ਆਪ ਨੂੰ ਸੇਫ ਫੀਲ ਕਰਦੇ ਨੇ। ਪਰ ਪੰਜਾਬ ਦਾ ਬੱਚਾ ਜਦੋਂ +2 ਕਰ ਲੈਂਦਾ, ਉਹਨੂੰ ਆਏ ਹੁੰਦਾ ਵੀ ਮੈਂ ਉੱਡ ਕੇ ਕਿਸੇ ਨਾ ਕਿਸੇ ਤਰੀਕੇ ਬਾਹਰ ਚਲੇ ਜਾਵਾਂ, ਚਾਹੇ ਸਹੀ ਤਰੀਕਾ ਹੋਵੇ ਚਾਹੇ ਨਾ ਸਹੀ ਹੋਵੇ। ਕੀ ਕਾਰਨ ਕੀ ਲੱਗਦਾ? ਮਜਬੂਰੀ, ਸ਼ੌਂਕ ਜਿਹੜਾ ਮਜਬੂਰੀ ਦੇ ਵਿੱਚ ਤਬਦੀਲ ਕਿਉਂ ਹੋ ਰਿਹਾ? ਉਹੀ ਗੱਲ ਕਰ ਰਿਹਾ ਸੀ ਪ੍ਰਦੀਪ ਜੀ। ਇੱਕ ਨਾ ਸ਼ੁਰੂ ਹੋਇਆ ਤਕਰੀਬਨ ਅੱਜ ਤੋਂ 4 ਦਹਾਕੇ ਪਹਿਲਾਂ
ਕਿਸੇ ਟਾਈਮ ਮਜਬੂਰੀ ਸੀਗੀ। ਫਿਰ ਅੱਤਵਾਦ ਦਾ ਟਾਈਮ ਆ ਗਿਆ, ਪੰਜਾਬੀਆਂ ਨੂੰ ਮੁੰਡਿਆਂ ਨੂੰ ਆਪਣੇ ਦੇਸ਼ ਛੱਡ ਕੇ ਪ੍ਰਵਾਸ ਲੈਣਾ ਪਿਆ, ਕੋਈ ਸੱਚੇ ਪਾਸਿਓਂ ਕੋਈ ਝੂਠੇ ਪਾਸਿਓਂ। ਫਿਰ ਸ਼ੌਂਕ ਹੁਣ ਹੌਲੀ ਹੌਲੀ ਮਜਬੂਰੀ ਬਣ ਚੁੱਕਾ। ਅੱਜ ਤੁਸੀਂ ਵੇਖੋ ਸਰਕਾਰਾਂ ਵੀ ਬੱਚਿਆਂ ਨੂੰ ਬਾਹਰ ਭੇਜ ਰਹੀਆਂ ਨੇ। ਮੈਂ ਪੜ੍ਹ ਰਿਹਾ ਸੀ ਅਖਬਾਰ ਦੇ ਵਿੱਚ, ਸਰਕਾਰ ਵੀ ਕਹਿ ਰਹੀ ਅਸੀਂ ਬੱਚੇ ਨੂੰ ਆਇਲਟਸ ਕਰਾਵਾਂਗੇ, ਬੱਚੇ ਨੂੰ ਬਾਹਰ ਭੇਜਾਂਗੇ। ਕਿਉਂ? ਬੱਚਾ ਇੱਥੇ ਸਿਸਟਮ ਦਾ ਸਤਾਇਆ। ਬੱਚਾ ਕਹਿੰਦਾ ਅੱਜ ਇੱਥੇ ਮੈਂ ਗ੍ਰੈਜੂਏਸ਼ਨ ਕਰ ਲਈ, ਮਾਸਟਰ ਕਰ ਲਈ, ਥੱਬਾ ਭਰ ਲਿਆ ਫਾਈਲਾਂ ਦਾ, ਪੜ੍ਹਾਈ ਦੀਆਂ ਫਾਈਲਾਂ ਦਾ। ਅੱਜ 10,000 ਦੀ ਨੌਕਰੀ ਪਿੱਛੇ ਲਾਈਨ ਲੱਗੀ ਹੁੰਦੀ ਹੈ। ਮੈਂ ਇੱਕ ਅਖਬਾਰ 'ਚ ਖਬਰ ਪੜ੍ਹ ਰਿਹਾ ਸੀ, ਸਾਊਥ ਵਾਲੇ ਪਾਸੇ ਦੀ ਗੱਲ ਆ, ਇੱਕ ਨੌਕਰੀ 'ਚ ਜਿੱਥੇ 84 ਬੰਦੇ ਰੱਖੇ ਜਾਣੇ ਸੀ ਔਰ ਪਤਾ ਨਹੀਂ ਲੱਖਾਂ ਲੋਕਾਂ ਨੇ ਪੇਪਰ ਦਿੱਤਾ ਇੱਕ ਪੀਐਨ ਦੀ ਨੌਕਰੀ ਲਈ। ਔਰ ਇੱਕ ਪੀਐਨ ਦੀ ਨੌਕਰੀ ਲਈ ਇੱਕ ਪੀਐਚਡੀ ਪੜ੍ਹਿਆ, ਇੱਕ ਐਮਏ ਪੋਸਟ ਗ੍ਰੈਜੂਏਟ ਜਿਹੜਾ ਨੌਜਵਾਨ ਆ ਉਹ ਵੀ ਤਰਲੇ ਮਾਰਦਾ। ਪਰ ਜਿੱਥੇ ਬਾਹਰ ਜਾ ਕੇ ਗੱਲ ਕਰੀਏ, ਬਾਹਰਲੇ ਮੁਲਕਾਂ ਵਿੱਚ, ਜਿੱਥੇ ਅੱਜ ਕੈਨੇਡਾ ਦੀ ਗੱਲ ਕਰੀਏ ਜਾਂ ਅਮਰੀਕਾ ਦੀ ਗੱਲ ਕਰੀਏ, ਬਹੁਤ ਵੱਡੇ ਮੁਲਕ ਨੇ ਔਰ ਓਪਰਚੁਨਿਟੀ ਅਪਾਰ ਨੇ। ਮੈਂ ਨਹੀਂ ਕਹਿੰਦਾ ਪੰਜਾਬ 'ਚ ਓਪਰਚੁਨਿਟੀ ਨਹੀਂ, ਪੰਜਾਬ 'ਚ ਓਪਰਚੁਨਿਟੀ ਬਹੁਤ ਜ਼ਿਆਦਾ ਨੇ। ਪਰ ਸਮੱਸਿਆ ਹੈ ਕਿ ਇੱਥੇ ਪੰਜਾਬ ਦੇ ਇੱਕ ਨੌਜਵਾਨ ਨੂੰ ਸਰਕਾਰ ਉਹਦੀ ਬਾਂਹ ਨਹੀਂ ਫੜਦੀ। ਜਾਂ ਕੋਈ ਬੱਚਾ ਸਤਾ ਕੇ ਨਸ਼ਿਆਂ ਪੱਤਿਆਂ ਲੱਗ ਜਾਂਦਾ ਤੇ ਜਾਂ ਬਾਹਰ ਨੂੰ ਤੁਰਿਆ ਫਿਰਦਾ। ਅੱਜ ਤੋਂ 10-15 ਸਾਲ ਪਹਿਲਾਂ ਵੇਖੋ, ਇੰਜੀਨੀਅਰਿੰਗ ਕਾਲਜਸ, ਡਾਕਟਰ ਦੇ ਜਿਹੜੇ ਮੈਡੀਕਲ ਕਾਲਜਾਂ ਸੀਟ ਨਹੀਂ ਮਿਲਦੀ ਸੀ, ਸਾਰੇ ਇੰਜੀਨੀਅਰਿੰਗ ਕਾਲਜ ਖਾਲੀ ਪਏ ਆ। ਅੱਜ ਬੱਚੇ ਨੂੰ ਪੁੱਛੋ 12ਵੀਂ ਕਰਕੇ ਕੀ ਕਰਨਾ, ਬੱਚਾ ਕਹਿੰਦਾ ਮੈਂ ਆਇਲਟਸ ਕਰਕੇ ਬਾਹਰ ਜਾਣਾ। ਇੱਕ ਸਮਾਂ ਸੀ ਜਦੋਂ ਮਾਂ ਪਿਓ ਬੱਚੇ ਨੂੰ ਡਾਕਟਰ, ਇੰਜੀਨੀਅਰ, ਇੱਥੇ ਸਾਇੰਟਿਸਟ ਬਣਾਉਣਾ ਚਾਹੁੰਦੇ ਸੀ। ਅੱਜ ਮਾਂ ਪਿਓ ਕਹਿੰਦੇ ਸੀ ਬੱਚੇ ਨੂੰ 12ਵੀਂ ਕਰਾ ਕੇ ਬਾਹਰ ਜਾਣਾ। ਮੇਰੇ ਦਫ਼ਤਰ 'ਚ, ਮੈਂ ਜਲੰਧਰ, ਮੋਹਾਲੀ, ਅੰਮ੍ਰਿਤਸਰ, ਸਾਡੇ ਪੰਜਾਬ 'ਚ ਦਫ਼ਤਰ ਨੇ, ਜਦੋਂ ਬੈਠਦਾ ਜ਼ਿਆਦਾਤਰ ਜਿਹੜੇ ਸਰਕਾਰੀ ਕਰਮਚਾਰੀ ਨੇ, ਚਾਹੇ ਉਹ ਪੁਲਿਸ ਮਹਿਕਮੇ ਦੇ ਨੇ, ਚਾਹੇ ਉਹ ਬੈਂਕਰ ਨੇ, ਕੋਈ ਟੀਚਰ ਨੇ, ਉਹ ਜਿਹੜੇ ਵਰਕਿੰਗ ਕਲਾਸ ਜਿਹੜੇ ਲੋਕ ਨੇ, ਉਹ ਸਾਡੇ ਕੋਲ ਦਫ਼ਤਰਾਂ 'ਚ ਆਉਂਦੇ, ਕਹਿੰਦੇ ਅਸੀਂ ਤਾਂ ਔਖੇ ਸੌਖੇ ਜ਼ਿੰਦਗੀ ਤਾਂ ਕੱਟਣੀ ਸੀ, ਕੱਟ ਲਈ, ਪਰ ਅੱਜ ਅਸੀਂ ਇੱਥੇ 10-15-20 ਲੱਖ ਲਾ ਕੇ ਬੱਚੇ ਨੂੰ ਕੋਈ ਰੁਜ਼ਗਾਰ ਸ਼ੁਰੂ ਵੀ ਕਰਕੇ ਦਿੰਦੇ ਆ ਤਾਂ ਵੀ ਸਰਕਾਰਾਂ ਬਾਂਹ ਨਹੀਂ ਫੜਦੀਆਂ। ਔਰ ਘੱਟੋ ਘੱਟ 15 ਤਰ੍ਹਾਂ ਦੇ ਡਿਪਾਰਟਮੈਂਟ ਆ ਜਿਹੜੇ ਬੰਦੇ ਨੂੰ ਖੱਜਲ ਖੁਆਰ ਕਰਦੇ ਆ, ਚਾਹੇ ਟੈਕਸਾਂ ਦੇ ਨਾਂ 'ਤੇ, ਚਾਹੇ ਪੁਲਿਸਿੰਗ ਦੇ ਨਾਂ 'ਤੇ, ਚਾਹੇ ਕਿਸੇ ਵੀ ਸਿਸਟਮ ਦੇ ਨਾਂ 'ਤੇ। ਬੱਚਾ ਬਾਹਰ ਜਾ ਕੇ, ਚਾਹੇ ਮੈਂ ਕਹਿੰਦਾ ਉੱਥੇ ਭਾਂਡੇ ਧੋਂਦਾ, ਚਾਹੇ ਉਹ ਵੇਟਰ ਜੋਬ ਕਰਦਾ, ਪਰ ਇੱਕ ਵੇਟਰ ਤੇ ਜੋਬ ਕਰਨ ਵਾਲਾ ਔਰ ਜਿਹੜਾ ਰੈਸਟੋਰੈਂਟ ਦਾ ਮਾਲਕ ਆ, ਇਕੱਠੇ ਇੱਕੋ ਥਾਂ ਤੇ ਬੈਠ ਕੇ ਸ਼ਾਮ ਨੂੰ ਰੋਟੀ ਖਾਂਦੇ ਨੇ। ਉੱਥੇ ਜ਼ਮੀਨ ਅਸਮਾਨ ਦਾ ਫਰਕ ਨਹੀਂ, ਉੱਥੇ ਵੱਡੇ ਤੇ ਛੋਟੇ ਦਾ ਫਰਕ ਨਹੀਂਗਾ। ਉਹ ਜਿਹੜੀ ਆਹਲੀ ਚੀਜ਼ ਬੰਦੇ ਨੂੰ ਬਾਹਰ ਖਿੱਚਣ ਨੂੰ ਮਜਬੂਰ ਕਰਦੀ ਕਿ ਮੈਂ ਬੇਸਿਕਲੀ ਇੱਥੇ ਪੜ੍ਹ ਲਿਖ ਕੇ ਵੀ ਛੋਟੀ ਨੌਕਰੀ ਕਰਦਾ, ਜਿਹੜਾ ਵੱਡਾ ਬੰਦਾ ਬੈਠਾ ਇੱਕ ਮਤਲਬ ਘੱਟ ਪੜ੍ਹਿਆ ਲਿਖਿਆ ਵੀ ਕਈ ਵਾਰ ਤਰੱਕੀ ਕਰਕੇ ਉੱਪਰ ਪਹੁੰਚ ਜਾਂਦਾ, ਉਹ ਜ਼ਿਆਦਾ ਪੜ੍ਹਿਆ ਲਿਖਿਆ ਵੀ ਛੋਟੀ ਨੌਕਰੀ ਕਰਦਾ। ਪਰ ਬਾਹਰਲੇ ਮੁਲਕਾਂ ਵਿੱਚ ਜਿਹੜੀ ਉਹ ਊਚ ਨੀਚ ਨਾ ਹੋਣ ਕਰਕੇ ਬੰਦੇ ਨੂੰ ਲੱਗਦਾ ਕਿ ਮੈਂ ਇੱਕ ਵਧੀਆ ਸਿਸਟਮ ਜੀ ਸਕਦਾ। ਆਪਾਂ ਹੋਰ ਗੱਲਾਂ ਕਰੀਏ, ਅੱਜ ਆਪਾਂ ਪੰਜਾਬ ਦਾ ਜਿਹੜਾ ਪਾਣੀ ਹੈ, ਉਹ ਕਣਕ ਝੋਨਾ ਬੀਜ ਵੀ ਕਿ ਇੰਨਾ ਥੱਲੇ ਲਿਜਾ ਚੁੱਕੇ ਹਾਂ ਕਿ ਅੱਜ ਪੀਣ ਵਾਲਾ ਪਾਣੀ ਨਹੀਂ ਲੱਭ ਰਿਹਾ ਇੱਥੇ, ਸਾਨੂੰ ਆਕਸੀਜਨ ਨਹੀਂ ਲੱਭ ਰਹੀ ਇੱਥੇ, ਖਾਣ ਨੂੰ ਸਾਨੂੰ ਵਧੀਆ ਫਰੂਟ ਜਾਂ ਵਧੀਆ ਅਨਾਜ ਨਹੀਂ ਲੱਭ ਰਿਹਾ, ਉਹ ਵੀ ਖਾਦਾਂ ਪਾ ਕੇ, ਪੈਸਟੀਸਾਈਡ ਪਾ ਕੇ ਮਤਲਬ ਜ਼ਮੀਨ ਦਾ ਬੇੜਾ ਗਰਕ ਕਰ ਦਿੱਤਾ। ਅਸੀਂ ਆਪਣੇ ਬੱਚਿਆਂ ਨੂੰ, ਔਲਾਦ ਨੂੰ ਖਵਾ ਕੀ ਰਹੇ ਹਾਂ। ਅੱਜ ਨਪੁੰਸਕਤਾ ਪੰਜਾਬ 'ਚ ਕਿਉਂ ਵੱਧ ਚੁੱਕੀ ਹੈ? ਆਹੀ ਕਾਰਨ। ਪਰ ਬਾਹਰਲੇ ਮੁਲਕਾਂ 'ਚ ਤੁਹਾਨੂੰ ਖਾਣ ਨੂੰ ਵਧੀਆ ਖਾਣਾ ਮਿਲਦਾ, ਵਧੀਆ ਤੁਹਾਨੂੰ ਫੂਡ ਮਿਲਦਾ, ਤੁਹਾਨੂੰ ਸੁੰਘਣ ਨੂੰ ਵਧੀਆ ਤੁਹਾਨੂੰ ਮਤਲਬ ਆਕਸੀਜਨ ਮਿਲਦੀ ਹੈ, ਵਧੀਆ ਤੁਹਾਨੂੰ ਪੀਣ ਨੂੰ ਪਾਣੀ ਮਿਲਦਾ। ਇਹੋ ਜਿਹੀਆਂ ਕਈ ਹਜ਼ਾਰਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਬੱਚੇ ਨੂੰ ਬਾਹਰ ਜਾਣ ਨੂੰ ਮਜਬੂਰ ਕਰਦੀਆਂ ਨੇ। ਬਿਲਕੁਲ ਰਾਈ ਸਾਹਿਬ, ਬੱਚਿਆਂ ਦੇ ਨਾਲ ਜਾਂ ਇੱਥੋਂ ਦੇ ਭਵਿੱਖ ਦੇ ਨਾਲ ਤਾਂ ਸਰਕਾਰਾਂ ਜਿਹੜੀਆਂ ਉਹ ਨਹੀਂ ਖੜ ਰਹੀਆਂ, ਪਰ ਤੁਸੀਂ ਬੱਚਿਆਂ ਨੂੰ ਬਾਹਰ ਭੇਜ ਰਹੇ ਹੋ ਹੈ ਨਾ। ਜੇ ਆਪਾਂ ਇਮੀਗ੍ਰੇਸ਼ਨ ਇੰਡਸਟਰੀ ਦੀ ਗੱਲ ਕਰੀਏ ਤਾਂ ਸਰਕਾਰਾਂ ਕਿਸ ਲੈਵਲ ਤੱਕ ਤੁਹਾਡੇ ਨਾਲ ਖੜਦੀਆਂ ਨੇ? ਕਿਉਂਕਿ ਤੁਸੀਂ ਹੁਣ ਕੈਨੇਡਾ ਦੇ ਵਿੱਚ ਵੀ ਬਹੁਤ ਵੱਡੇ ਵੱਡੇ ਆਫਿਸ ਬਣਾ ਲਏ, ਆਸਟ੍ਰੇਲੀਆ ਦੇ ਵਿੱਚ ਵੀ ਤੁਹਾਡਾ ਆਫਿਸ ਆ, ਔਰ ਕਰੋੜਾਂ ਦਾ ਜਿਹੜਾ ਕੰਮਕਾਰ ਆ, ਜਿਹੜਾ ਕਰੋੜਾਂ ਦਾ ਇਨਵੈਸਟਮੈਂਟ ਜਿਹੜੀ ਤੁਸੀਂ ਕਰ ਚੁੱਕੇ ਹੋ ਹੈ ਨਾ। ਤੇ ਕੀ ਤੁਹਾਨੂੰ ਲੱਗਦਾ ਹੈ ਵੀ ਤੁਹਾਡੀ ਸਿਕਿਉਰਿਟੀ, ਇਮੀਗ੍ਰੇਸ਼ਨ ਇੰਡਸਟਰੀ ਦੀ ਸਿਕਿਉਰਿਟੀ ਦੇ ਲਈ ਸਰਕਾਰਾਂ ਕੁਝ ਕਰ ਰਹੀਆਂ? ਕਿਉਂਕਿ ਇੰਨਾ ਪੈਸਾ ਲਾ ਕੇ ਹੋਰ ਬਹੁਤ ਕੰਮ ਕੀਤੇ ਜਾ ਸਕਦੇ ਸੀ, ਵੱਡੀਆਂ ਵੱਡੀਆਂ ਫੈਕਟਰੀਆਂ ਲਾਈਆਂ ਜਾ ਸਕਦੀਆਂ ਸੀ। ਕੀ ਤੁਹਾਨੂੰ ਲੱਗਦਾ ਤੁਹਾਡੀ ਸੋਸ਼ਲ ਸਿਕਿਉਰਿਟੀ ਹੈ ਜਿਹੜੀ, ਤੁਸੀਂ ਬੱਚਿਆਂ ਦੀ ਤਾਂ ਸੋਸ਼ਲ ਸਿਕਿਉਰਿਟੀ ਹੈ ਜਿਹੜੀ ਸਿਕਿਉਰ ਕਰਤੀ ਉਹਨਾਂ ਨੂੰ ਬਾਹਰ ਭੇਜ ਕੇ, ਤੁਹਾਡਾ ਫਿਊਚਰ ਕੀ ਲੱਗਦਾ ਇੱਥੇ? ਪ੍ਰਦੀਪ ਜੀ, ਜੇ ਮੈਂ ਸੱਚ ਦੱਸਾਂ ਨਾ, ਮੈਂ 2006 ਦਾ ਇਸ ਇੰਡਸਟਰੀ 'ਚ ਮੈਂ ਖੁਦ UK ਪੜ੍ਹਨ ਗਿਆ ਸੀ। UK ਤੋਂ ਪੜ੍ਹ ਕੇ ਮੈਂ ਇੱਥੇ ਵਾਪਸ ਆਇਆ। ਪਰ ਜਦੋਂ ਮੈਂ ਵਾਪਸ ਆਇਆ ਸੀ ਉਦੋਂ ਹਾਲਾਤ ਕੁਛ ਹੋਰ ਸੀ। ਇਹ ਇੰਡਸਟਰੀ ਜਾਂ ਇਹ ਬਿਜ਼ਨਸ ਜਾਂ ਇਹ ਪ੍ਰੋਫੈਸ਼ਨ ਇੱਕ ਕਰੀਅਰ ਕਾਉਂਸਲਿੰਗ ਦਾ ਪ੍ਰੋਫੈਸ਼ਨ ਕੋ ਹੁੰਦਾ ਸੀ। ਇੱਕ ਬੱਚਾ ਪੜ੍ਹ ਲਿਖ ਕੇ ਸਾਡੇ ਕੋਲ ਆਉਂਦਾ, ਕਰੀਅਰ ਕਾਉਂਸਲਿੰਗ ਹੁੰਦਾ ਕਿ ਮੈਂ ਅੱਗੇ ਕੀ ਕਰਾਂ। ਜ਼ਰੂਰੀ ਨਹੀਂ ਕਿ ਅਸੀਂ ਸਿਰਫ ਬੱਚੇ ਨੂੰ ਬਾਹਰਲੇ ਮੁਲਕਾਂ ਜਾਣ ਦੀ ਸਲਾਹ ਦਿੰਦੇ ਅਸੀਂ। ਇੱਥੇ ਬੱਚੇ ਨੇ ਕਿਤੇ ਵੱਡੀਆਂ ਯੂਨੀਵਰਸਿਟੀ ਦਾਖਲਾ ਕਿਵੇਂ ਲੈਣਾ ਹੈ, ਇੱਥੇ ਬੱਚੇ ਨੇ IAS ਦੀ PCS ਦੀ ਤਿਆਰੀ ਕਿਵੇਂ ਕਰਨੀ ਹੈ, ਜਾਂ ਇੱਥੇ ਬੱਚੇ ਨੂੰ ਅੱਗੇ ਕਿੱਦਾਂ ਦੇ ਕਿੱਤੇ 'ਚ ਜਾਣਾ ਚਾਹੀਦਾ, ਆਪਾਂ ਵੀ ਸਲਾਹ ਦਿੰਦੇ ਹਾਂ। ਪਰ ਪਿਛਲੇ 10-15 ਸਾਲਾਂ ਤੋਂ ਇਹ ਜਿਹੜਾ ਕਿੱਤਾ ਹੈ, ਇਹ ਹੁਣ ਏਜੰਟੀ ਦਾ ਕਿੱਤਾ ਬਣ ਚੁੱਕਾ, ਜੋ ਕਿ ਮੈਂ ਇਹਦੇ 'ਚ ਆਪਣੇ ਨੂੰ ਬਿਲਕੁਲ ਇਨਵੋਲਵ ਨਹੀਂ ਕਰਨਾ ਚਾਹੁੰਦਾ। ਰਹੀ ਗੱਲ ਸਰਕਾਰਾਂ ਦੀ, ਸਰਕਾਰਾਂ ਤਾਂ ਇੱਕ ਸਾਮੀ ਦੀ ਨਿਗਾਹ ਨਾਲ ਵੇਖਦੀਆਂ ਜੀ ਕਿ ਏਜੰਟ ਮਤਲਬ ਟਰੈਵਲ ਏਜੰਟ ਮਤਲਬ ਠੱਗ ਏਜੰਟ। ਠੀਕ ਹੈ, ਹਰ ਇੰਡਸਟਰੀ 'ਚ ਕਾਲੀਆਂ ਭੇਡਾਂ ਹੁੰਦੀਆਂ ਜੋ ਪੂਰੀ ਇੰਡਸਟਰੀ ਬਦਨਾਮ ਕਰਦੀਆਂ। ਅੱਜ ਕਿਹੜਾ ਮਹਿਕਮਾ, ਕਿਹੜਾ ਜਿਹੜਾ ਰੁਜ਼ਗਾਰ ਹੈ ਦੱਸੋ ਜਿਹੜਾ ਸਾਫ਼ ਸੁਥਰਾ? ਅੱਜ ਪੁਲਿਸ ਵਾਲੇ ਸਾਰੇ ਰਿਸ਼ਵਤਖੋਰ ਨਹੀਂ ਹੁੰਦੇ, ਅੱਜ ਸਾਰੇ ਇਮੀਗ੍ਰੇਸ਼ਨ ਏਜੰਟ ਚੋਰ ਨਹੀਂ ਹੁੰਦੇ, ਚੰਗੇ ਬੰਦੇ ਵੀ ਕੰਮ ਕਰਦੇ ਨੇ। ਵੈਨ ਆਈ ਸਟਾਰਟਡ ਦਿਸ ਇੰਡਸਟਰੀ, ਇਸ ਬਿਜ਼ਨਸ ਜਦੋਂ ਮੈਂ ਜੁਆਇਨ ਕੀਤਾ, ਬੜੇ ਚੰਗੇ ਲੋਕ ਕੰਮ ਕਰਦੇ ਸੀ। ਬਟ ਪੰਜਾਬੀ ਦੀ ਇੱਕ ਨਾ ਮਤਲਬ ਭੇਡ ਚਾਲ ਹੈ ਕਿ ਆਪਾਂ ਕਿਸੇ ਦਾ ਮੂੰਹ ਲਾਲ ਵੇਖ ਕੇ ਆਪਣਾ ਚਪੇੜ ਮਾਰ ਕੇ ਕਰ ਲਈਦਾ। ਤੁਹਾਨੂੰ ਯਾਦ ਹੋ ਗਿਆ ਇੱਕ ਸਮਾਂ ਸੀ, ਹਰ ਘਰ 'ਚ ਫੋਟੋ ਸਟੇਟ ਦੀ ਦੁਕਾਨ ਸੀਗੀ, ਹਰ ਘਰ 'ਚ PCO ਖੁੱਲ ਗਿਆ ਸੀ। ਫਿਰ ਇੱਕ ਸਮਾਂ ਆਇਆ, ਹਰ ਘਰ ਵਿੱਚ ਪ੍ਰੋਪਰਟੀ ਡੀਲਰ ਪੈਦਾ ਹੋ ਗਿਆ। ਅੱਜ ਸਮਾਂ
ਜਦੋਂ ਪ੍ਰੋਪਰਟੀ ਧੰਦਾ ਨਹੀਂ ਚੱਲ ਰਿਹਾ, ਫੋਟੋ ਸਟੇਟ ਮਸ਼ੀਨਾਂ ਜਾਂ ਪੀਸੀਯੂ ਨਹੀਂ ਚੱਲ ਰਹੇ, ਲੋਕਾਂ ਨੂੰ ਲੱਗਦਾ ਕਿ ਈਜ਼ੀ ਮੇਕਿੰਗ ਇੰਡਸਟਰੀ ਵਾਲਾ ਕੰਮ ਹੈ। ਦੋ ਮੈਡਮਾਂ ਬਿਠਾਓ, ਫੇਸਬੁੱਕ ਤੇ ਰੌਲਾ ਜਿਹਾ ਪਾ ਦਿਓ ਤੇ ਵੀਜ਼ਾ ਐਕਸਪਰਟ ਦਾ ਥੱਲੇ ਟੈਗ ਲਵਾ ਲਓ, ਇਮੀਗ੍ਰੇਸ਼ਨ ਧੰਦਾ ਸ਼ੁਰੂ ਕਰ ਲਓ, ਸੌਖਾ। ਬਟ ਕਿਸੇ ਦੀ ਜ਼ਿੰਦਗੀ ਦੀ ਵਿੱਚ ਵੈਲਿਊ ਐਡ ਕਰਨਾ ਇੰਨਾ ਸੌਖਾ ਕੰਮ ਨਹੀਂ। ਇਸ ਲਈ ਬੇਸ਼ੱਕ ਕਿਸੇ ਗ੍ਰੈਜੂਏਸ਼ਨ ਦੀ ਜਾਂ ਡਿਗਰੀ ਦੀ ਪੜ੍ਹਾਈ ਦੀ ਲੋੜ ਨਹੀਂ ਪੈਂਦੀ, ਪਰ ਤੁਹਾਨੂੰ ਤਜਰਬੇ ਲੋੜ ਪੈਂਦੀ ਹੈ। ਜਿਹਨੇ ਆਪ ਪਿੱਠ ਤੇ ਆਪ ਉਹ ਛੁਰੇ ਹੰਡਾਏ ਹੋਣ, ਮੈਂ ਖੁਦ ਇੱਕ ਸਟੂਡੈਂਟ ਲਾਈਫ ਹੰਡਾਈ ਹੈ ਯੂਕੇ 'ਚ ਰਹਿ ਕੇ, ਤਾਂ ਮੈਨੂੰ ਪਤਾ ਇੱਕ ਸਟੂਡੈਂਟ ਨੂੰ ਕਿੱਦਾਂ ਦੀਆਂ ਸਮੱਸਿਆ ਪੈਂਦੀਆਂ। ਤਾਂ ਉਹਨਾਂ ਸਮੱਸਿਆਵਾਂ ਨੂੰ ਧਿਆਨ 'ਚ ਰੱਖਦੇ ਹੋਏ ਮੈਂ ਔਰ ਮੇਰੀ ਟੀਮ ਪਿਛਲੇ 15 ਸਾਲਾਂ ਤੋਂ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ, ਜਲੰਧਰ, ਮੋਹਾਲੀ, ਅੰਮ੍ਰਿਤਸਰ ਵਿੱਚ ਲੋਕਾਂ ਦੀ ਸਰਵਿਸ ਆਪਾਂ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਔਰ ਮੈਂ ਕਦੀ ਵੀ ਇਹਨੂੰ ਟਰੈਵਲ ਏਜੰਟੀ ਨਹੀਂ ਸੋਚਿਆ, ਮੈਂ ਇੱਕ ਕਰੀਅਰ ਕਾਉਂਸਲਿੰਗ ਸੋਚਦਾ। ਇੱਕ ਬੱਚਾ ਜਦੋਂ ਮੇਰੇ ਕੋਲ 12ਵੀਂ ਪਾਸ ਕਰਕੇ ਗ੍ਰੈਜੂਏਸ਼ਨ ਕਰਕੇ ਮੇਰੇ ਕੋਲ ਆਉਂਦਾ ਆਪਣੀ ਕਰੀਅਰ ਕਾਉਂਸਲਿੰਗ ਲਈ ਵੀ ਮੈਂ ਕੈਨੇਡਾ ਜਾਣਾ ਚਾਹੁੰਦਾ, ਜਾਂ ਮੈਂ ਆਸਟ੍ਰੇਲੀਆ, ਜਾਂ ਮੈਂ ਯੂਕੇ, ਜਾਂ ਮੈਂ ਅਮਰੀਕਾ ਜਾਣਾ ਚਾਹੁੰਦਾ, ਮੈਂ ਔਰ ਮੇਰੀ ਟੀਮ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਬੱਚੇ ਦੇ ਵਿੱਚ ਕਾਬਲੀਅਤ ਕੀ ਹੈ, ਕੀ ਉਹ ਕੈਨੇਡਾ ਜਾਣ ਐਲੀਜੀਬਲ ਹੈ, ਕਿ ਉਹਦੇ ਉਨੇ ਪੁਆਇੰਟਸ ਨੰਬਰ ਜਾਂ ਉਹਦੇ ਆਇਲਟਸ ਬੈਂਡ ਉਹਨੇ ਹੈਗੇ ਨੇ, ਕਿ ਉਹ ਅਗਰ ਯੂਕੇ ਜਾਣਾ ਚਾਹੁੰਦੇ ਐਲੀਜੀਬਿਲਟੀ ਹੈ ਕਿ ਨਹੀਂ ਹੈ। ਕੰਟਰੀ ਦੀ ਐਲੀਜੀਬਿਲਟੀ ਬਾਅਦ ਮੈਂ ਚੈੱਕ ਕਰਦਾ ਕਿ ਉਹਦੇ ਬੱਚੇ ਦੇ ਮਾਂ ਪਿਓ ਕੋਲ ਪੈਸਾ, ਬਜਟ ਉਹਨਾਂ ਹੈਗਾ। ਜੇ ਉਹਦੇ ਮਾਂ ਪਿਓ ਕੋਲ ਬਜਟ ਹੀ ਉਹਨਾਂ ਨਹੀਂ ਹੈਗਾ ਤਾਂ ਮੈਂ ਨਹੀਂ ਕਹੂੰਗਾ ਜ਼ਮੀਨ ਵੇਚ ਕੇ ਜਾਂ ਗਹਿਣੇ ਰੱਖ ਕੇ ਤੁਸੀਂ ਬਾਹਰ ਜਾਓ। ਪੰਜਾਬ 'ਚ ਬੜਾ ਕੁਛ ਹੈਗਾ। ਰਹੀ ਗੱਲ ਸਰਕਾਰਾਂ ਦੀ, ਅਗਰ ਸਰਕਾਰਾਂ ਦੀ ਸੋਚੀਏ, ਇਹ ਉਹ ਇੰਡਸਟਰੀ ਆ ਪ੍ਰਦੀਪ ਭਾਜੀ ਜਿਹਨੇ ਪੰਜਾਬ ਦੇ ਵਿੱਚ ਅੱਤਵਾਦ ਖਤਮ ਕੀਤਾ। ਇਹ ਉਹ ਇੰਡਸਟਰੀ ਆ ਜਿਹਨੇ ਪੰਜਾਬ ਦੇ ਵਿੱਚ NRI ਪੈਦਾ ਕੀਤੇ। ਇਹ ਉਹ ਇੰਡਸਟਰੀ ਆ ਜਿਹਨੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਖਤਮ ਕੀਤੀ ਹੈ। ਅੱਜ ਮੈਂ ਦਾਅਵੇ ਨਾਲ ਗੱਲ ਕਹਿਣਾ, ਜਿਹੜਾ ਵੀ ਸ਼ੋਅ ਵੇਖ ਰਿਹਾ ਪੰਜਾਬ ਸਰਕਾਰ ਤੱਕ ਗੱਲ ਪਹੁੰਚਦੀ ਬੜੀ ਚੰਗੀ ਗੱਲ ਹੈ। ਅਗਰ ਅੱਜ ਇਮੀਗ੍ਰੇਸ਼ਨ ਇੰਡਸਟਰੀ ਖਤਮ ਹੋ ਜਾਏ ਤਾਂ ਪੰਜਾਬ 'ਚ ਫਿਰ ਦੁਬਾਰਾ ਅੱਤਵਾਦ ਆ ਜਾਏਗਾ, ਜਿੰਨੀ ਕਿ ਬੇਰੁਜ਼ਗਾਰੀ, ਜਿੰਨਾ ਕਿ ਸਿਸਟਮ ਖਰਾਬ ਇੱਥੇ ਹੋ ਚੁੱਕਾ। ਸੋ ਅਸੀਂ ਉਹ ਇੰਡਸਟਰੀ ਨਾਲ ਬਿਲੋਂਗ ਕਰਦੇ ਜਿੱਥੇ NRI ਬੱਚਾ ਬਣਦਾ ਔਰ ਜਾ ਕੇ ਉੱਥੇ ਡਾਲਰ ਪੌਂਡ ਕਮਾ ਕੇ ਪੰਜਾਬ 'ਚ ਜਦੋਂ ਵਾਪਸ ਭੇਜਦਾ ਤਾਂ ਇੱਥੇ ਗਰੋਥ ਹੋਰ ਹੁੰਦੀ ਹੈ। ਪਰ ਅੱਜ ਵੀ ਇੰਡਸਟਰੀ ਨੂੰ ਜੇ ਵੇਖਿਆ ਜਾਵੇ ਤਾਂ ਬੜੇ ਸੁਚੱਜੇ ਤਰੀਕੇ ਨਾਲ ਚਲਾਇਆ ਜਾ ਸਕਦਾ। 2013 'ਚ ਸਰਕਾਰ ਨੇ ਲਾਇਸੈਂਸਿੰਗ ਪ੍ਰਣਾਲੀ ਸ਼ੁਰੂ ਕੀਤੀ, ਪਰ ਉਹਦੀਆਂ ਸ਼ਰਤਾਂ ਅੱਜ ਵੀ ਬੜੀਆਂ ਨਰਮ ਨੇ। ਕੋਈ ਵੀ ਬੰਦਾ 10ਵੀਂ ਪਾਸ, 12ਵੀਂ ਪਾਸ ਜਾਂ 8ਵੀਂ ਫੇਲ ਹੈ, ਉਹ ਲਾਇਸੈਂਸ ਲੈ ਸਕਦਾ। ਇੱਕ 10ਵੀਂ ਪਾਸ ਬੰਦਾ, 12ਵੀਂ ਪਾਸ ਬੰਦਾ ਇੱਕ ਗ੍ਰੈਜੂਏਟ ਪੜ੍ਹੇ ਨੂੰ ਕਿੱਦਾਂ ਉਹਦੀ ਜ਼ਿੰਦਗੀ ਬਾਰੇ ਸਲਾਹ ਦੇ ਸਕਦਾ। ਅੱਜ ਮੇਰੇ ਦਫ਼ਤਰ ਕੋਈ 4 ਸਾਲ ਕੰਮ ਕਰ ਰਿਹਾ, 2 ਸਾਲ ਕੰਮ ਕਰ ਰਿਹਾ, ਕੱਲ੍ਹ ਨੂੰ ਆਪਣਾ ਦਫ਼ਤਰ ਖੋਲ੍ਹ ਕੇ ਬਹਿ ਜਾਂਦਾ। ਚਲੋ ਨਵੇਂ ਬੰਦੇ, ਨਵੇਂ ਚਿਹਰੇ ਇੰਡਸਟਰੀ ਹੋਣੇ ਚਾਹੀਦੇ, ਮੈਂ ਉਹਦੇ ਹੱਕ 'ਚ ਹਾਂ। ਬਟ ਗੱਲ ਹੈ ਕਿ ਕੋਈ ਨਾ ਕੋਈ ਇਹੋ ਜਿਹੀ ਪਾਲਿਸੀ ਜ਼ਰੂਰ ਹੋਵੇ ਕਿ ਬੰਦੇ ਦੇ ਕੋਈ ਪੈਰਾਮੀਟਰ ਸੈੱਟ ਹੋਣ ਕਿ ਤਾਂ ਕਿ ਜਿਹੜੇ ਮਤਲਬ ਬਰਸਾਤੀ ਡੱਡੂ ਵਾਂਗੂ ਨਵੇਂ ਏਜੰਟ ਪੈਦਾ ਹੋ ਰਹੇ, ਐਟਲੀਸਟ ਉਹਨਾਂ 'ਚ ਨਖੇਲ ਲੇਕਿਨ ਜ਼ਰੂਰ ਹੋਵੇ ਕਿ ਆਪਾਂ ਆਹ ਚੀਜ਼ ਕਰਨਾ ਨਹੀਂ ਕਰਨਾ। ਡੂਜ਼ ਐਂਡ ਡੋਂਟਸ ਸ਼ੁੱਡ ਬੀ ਦੇਅਰ ਇਨ ਦਿਸ ਇੰਡਸਟਰੀ। ਰਾਈ ਸਾਹਿਬ, ਇਹੀ ਮੈਂ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਵੀ ਫਿਊਚਰ ਕੀ ਲੱਗਦਾ ਤੁਹਾਨੂੰ? ਵੀ ਅੱਜ ਤਾਂ ਕੰਮਕਾਰ ਵਧੀਆ ਚੱਲ ਰਿਹਾ, ਅੱਜ ਇਮੀਗ੍ਰੇਸ਼ਨ ਦੇ ਸਾਰੀਆਂ ਜਿਹੜੀਆਂ ਉੱਥੇ ਪਾਲਿਸੀਜ਼ ਆ, ਕੈਨੇਡਾ ਦੀ ਜੇ ਆਪਾਂ ਗੱਲ ਕਰ ਰਹੀਏ ਤਾਂ ਉਹ ਕਹਿੰਦੇ ਵੱਧ ਤੋਂ ਵੱਧ ਸਟੂਡੈਂਟ ਆਉਣ ਸਾਡੇ ਕੋਲੇ, ਹੈ ਨਾ। ਕੱਲ੍ਹ ਨੂੰ ਸਿਨੈਰੀਓ ਚੇਂਜ ਹੋ ਜਾਂਦਾ ਜੇ, ਤਾਂ ਕੀ ਤੁਹਾਨੂੰ ਲੱਗਦਾ ਵੀ ਤੁਹਾਡੀ ਇੰਡਸਟਰੀ ਦੇ ਵਿੱਚ ਵੀ ਸਰਕਾਰ ਵੱਲੋਂ ਕੁਛ ਨਾ ਕੁਛ ਕੋਈ ਪੈਨਸ਼ਨ ਪਲਾਨ ਜਾਂ ਕੋਈ ਸਿਕਿਉਰਿਟੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ? ਕਿਉਂਕਿ ਇਹ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਵੱਧ ਇਮੀਗ੍ਰੇਸ਼ਨ ਦੇ ਆਫਿਸ ਨੇ ਜਾਂ ਨਸ਼ਾ ਛਡਾਊ ਕੇਂਦਰ ਨੇ, ਹਨਾ। ਸੋ ਇਹ ਦੋਨਾਂ ਇੰਡਸਟਰੀ ਨੂੰ ਕੁਛ ਨਾ ਕੁਛ ਸਿਕਿਉਰਿਟੀ ਜਿਹੜੀ ਸਰਕਾਰ ਵੱਲੋਂ ਤੁਹਾਨੂੰ ਲੱਗਦਾ ਹੈ ਵੀ ਮਿਲਣੀ ਚਾਹੀਦੀ ਹੈ, ਤਾਂ ਕਿ ਤੁਹਾਡੀ ਇੰਡਸਟਰੀ ਦੇ ਜਿਹੜੇ ਬੰਦੇ ਆ ਉਹਨਾਂ ਦਾ ਫਿਊਚਰ, ਉਹਨਾਂ ਦੇ ਬੱਚਿਆਂ ਦਾ ਫਿਊਚਰ ਜਿਹੜਾ ਉਹ ਵੀ ਸੇਫ ਹੋ ਸਕੇ। ਤੁਸੀਂ ਲੋਕਾਂ ਦਾ ਫਿਊਚਰ ਤਾਂ ਸੇਵ ਕਰ ਲਿਆ, ਆਪਣੇ ਲਈ ਤੁਹਾਡੇ ਲਈ ਲੱਗਦਾ ਸਰਕਾਰ ਨੂੰ ਕੁਛ ਕਰਨ ਦੀ ਲੋੜ ਆ? ਬਿਲਕੁਲ ਜੀ, ਬਹੁਤ ਕੁਝ ਕਰਨ ਦੀ ਲੋੜ ਹੈ ਪ੍ਰਦੀਪ ਭਾਜੀ। ਸਰਕਾਰ ਨੂੰ ਪੰਜਾਬ ਦੀ ਇੰਡਸਟਰੀ, ਜਿਹੜੀ ਇਮੀਗ੍ਰੇਸ਼ਨ ਇੰਡਸਟਰੀ ਅੱਜ ਕੱਲ੍ਹ ਬਹੁਤ, ਅੱਜ ਦੀ ਡੇਟ ਵਿੱਚ ਬਹੁਤ ਵੱਡੀ ਇੰਡਸਟਰੀ ਬਣ ਚੁੱਕੀ ਹੈ। ਕਿਉਂਕਿ ਇਹ ਸਿਰਫ ਇੱਕ ਬਾਹਰ ਭੇਜਣ ਦਾ ਕਾਰੋਬਾਰ ਨਹੀਂ ਗਾ ਪ੍ਰਦੀਪ ਭਾਜੀ। ਮੈਂ ਤੁਹਾਡੇ ਸਵਾਲ ਤੇ ਵੀ ਹੋਣਾ, ਇੱਕ ਸਟੂਡੈਂਟ ਜਦੋਂ ਬਾਹਰ ਜਾਂਦਾ ਪਹਿਲਾਂ ਉਹ ਆਇਲਟਸ ਦਾ ਪੇਪਰ ਦਿੰਦਾ, ਆਇਲਟਸ ਕੋਚਿੰਗ ਸੈਂਟਰ ਤੇ ਚੱਲਦੇ ਨੇ, ਫਿਰ ਪੇਪਰ ਦੀ ਫੀਸ ਭਰਦਾ 14-15 ਹਜ਼ਾਰ ਰੁਪਏ, ਜਿਹੜੇ ਪੇਪਰ ਲੈਂਦੀਆਂ ਉਹ ਵਾਰਡਿੰਗ ਬੋਡੀਆਂ ਇੱਥੋਂ ਚੱਲਦੀਆਂ ਨੇ। ਉਸ ਤੋਂ ਬਾਅਦ ਬੱਚਾ ਜਦੋਂ ਬਾਹਰ ਜਾਂਦਾ, ਫਿਰ ਜਦੋਂ ਫੀਸ ਭਰਦਾ, ਉਹ ਜਿਹੜੀਆਂ ਟੈਲੀਗ੍ਰਾਫਿਕ ਜਿਹੜੀ ਮਨੀ ਟ੍ਰਾਂਸਫਰ ਵਾਲੀਆਂ ਕੰਪਨੀਆਂ, ਜਿਹੜੀ ਫੋਰੈਕਸ ਮਨੀ ਐਕਸਚੇਂਜ ਵਾਲੀਆਂ, ਉਹ ਕੰਪਨੀਆਂ ਚੱਲਦੀਆਂ ਨੇ। ਫਿਰ ਜਦੋਂ ਵੀਜ਼ਾ ਲੱਗਦਾ, ਬੱਚਾ ਟਿਕਟ ਲੈਂਦਾ, ਟਿਕਟਿੰਗ ਵਾਲਾ ਕਾਰੋਬਾਰ ਚੱਲਦਾ। ਬੱਚਾ ਬਾਹਰ ਜਦੋਂ ਜਾਂਦਾ, ਉੱਥੇ ਜਾ ਕੇ ਫਿਰ ਜਦੋਂ ਉੱਥੇ ਪੈਸੇ ਖਰਚਦਾ, ਉਹ ਕਾਰੋਬਾਰ ਚੱਲਦਾ। ਸੋ ਇੱਕ ਇੰਡਸਟਰੀ ਨਾਲ ਘੱਟੋ ਘੱਟ 7-8 ਇੰਡਸਟਰੀ ਹੋਰ ਜੁੜੀਆਂ ਨੇ। ਸਰਕਾਰ ਨੂੰ ਇਹ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਚੰਗੇ ਕੰਸਲਟੈਂਟ ਆ, ਚੰਗੀਆਂ ਐਸੋਸੀਏਸ਼ਨ ਸਾਡੀਆਂ ਬਣੀਆਂ ਨੇ, ਮੈਂ ਵੀ 2-3 ਐਸੋਸੀਏਸ਼ਨ ਦਾ ਮੈਂਬਰ ਆ, ਉਹਨਾਂ ਐਸੋਸੀਏਸ਼ਨ ਨਾਲ ਜੁੜ ਕੇ ਪੰਜਾਬ ਵਿੱਚ ਜਿਹੜੀ ਗਲਤ ਜਿਹੜੀ ਪ੍ਰੈਕਟਿਸ ਹੋ ਰਹੀ ਹੈ ਉਹਨੂੰ ਰੋਕਣਾ ਚਾਹੀਦਾ। ਅਸੀਂ ਉਹਦੇ ਨਾਲ ਸਾਥ ਦੇਣ ਨੂੰ ਤਿਆਰ ਆ। ਬਿਲਕੁਲ ਜਿਹੜੇ ਗਲਤ ਇਸ ਇੰਡਸਟਰੀ 'ਚ ਹੈਗੇ ਨੇ ਉਹ ਰੁਕਣੇ ਚਾਹੀਦੇ ਆ। ਔਰ ਚੰਗੇ ਜਿਹੜੇ ਲੋਕ ਜਿਹੜੇ ਪੁਰਾਣੇ ਸਰਵ ਕਰ ਰਹੇ ਨੇ ਜਾਂ ਨਵੇਂ ਵੀ ਆ ਰਹੇ ਨੇ, ਚੰਗਾ ਸਰਵ ਕਰਨਾ ਚਾਹੁੰਦੇ ਨੇ ਵਿਦ ਸਮ ਕਲੀਅਰ ਪੈਰਾਮੀਟਰਸ, ਉਹਨਾਂ ਦੇ ਨਾਲ ਰਲ ਕੇ ਪੰਜਾਬ ਦੇ ਵਿੱਚ ਇੱਕ ਤਾਂ ਨੌਜਵਾਨਾਂ ਨੂੰ ਸਹੀ ਰਸਤੇ ਪਾਉਣ ਦੀ ਲੋੜ ਆ, ਪਲੱਸ ਨਾਲ ਦੀ ਨਾਲ ਇਸ ਇੰਡਸਟਰੀ ਨੂੰ ਹੋਰ ਪ੍ਰਫੁੱਲਿਤ ਕਰਨ ਦੀ ਲੋੜ ਆ, ਤਾਂ ਕਿ ਜਿਹੜੇ ਚੰਗੇ ਲੋਕ ਕੰਮ ਕਰਨਾ ਚਾਹੁੰਦੇ, ਚਾਹੇ ਉਹਨਾਂ ਨੂੰ ਟੈਕਸ ਰਿਬੇਟ ਹੋਵੇ, ਚਾਹੇ ਉਹਨਾਂ ਨੂੰ ਦਫ਼ਤਰ ਖੋਲ੍ਹਣ 'ਚ ਸਹੂਲਤ ਹੋਵੇ, ਜਾਂ ਸਰਕਾਰ ਵੱਲੋਂ ਕਿਹੋ ਜਿਹਾ ਅਗਰ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ, ਕੋਈ ਟ੍ਰੇਨਿੰਗ ਸੈਸ਼ਨ ਇਹੋ ਸ਼ੁਰੂ ਹੋਣੇ ਚਾਹੀਦੇ, ਤਾਂ ਕਿ ਡੂਜ਼ ਐਂਡ ਡੋਂਟਸ ਦਾ ਇੱਕ ਨਵੇਂ ਬੰਦੇ ਨੂੰ ਪਤਾ ਲੱਗ ਸਕੇ। ਇੱਕ ਨਵਾਂ ਨੌਜਵਾਨ ਇੱਕ ਇੰਡਸਟਰੀ ਹੋਣਾ ਚਾਹੁੰਦਾ, ਮੋਸਟ ਵੈਲਕਮ। ਬਟ ਐਟਲੀਸਟ ਸਰਕਾਰ ਵੱਲੋਂ ਕਿਹੋ ਜਿਹੇ ਟ੍ਰੇਨਿੰਗ ਸੈਂਟਰ ਜ਼ਰੂਰ ਸ਼ੁਰੂ ਕੀਤੇ ਜਾਣ ਜਿੱਥੇ ਪਤਾ ਲੱਗ ਸਕੇ। ਕਿਉਂਕਿ ਅਗਰ ਅੱਜ ਅਸੀਂ ਇੱਕ ਪੜ੍ਹੇ ਲਿਖੇ ਬੱਚੇ ਨੂੰ ਟ੍ਰੇਨਡ ਕਰਨਾ ਚਾਹ ਰਹੇ ਹਾਂ, ਇੱਕ ਪੜ੍ਹੇ ਲਿਖੇ ਬੱਚੇ ਨੂੰ ਅਸੀਂ ਇੱਕ ਕਾਉਂਸਲਿੰਗ ਦੇ ਕੇ ਉਹਨੂੰ ਕਿ ਚੰਗੇ ਭਵਿੱਖ ਵਾਲੇ ਪਾਸੇ ਉਹਦੀ ਜ਼ਿੰਦਗੀ 'ਚ ਵੈਲਿਊ ਐਡ ਕਰਨਾ ਚਾਹ ਰਹੇ ਹਾਂ, ਕਿ ਜਿਹੜਾ ਉਹਨੂੰ ਟ੍ਰੇਨਿੰਗ ਦੇ ਰਿਹਾ ਜਾਂ ਜਿਹੜਾ ਉਹਨੂੰ ਕਾਉਂਸਲਿੰਗ ਦੇ ਰਿਹਾ ਉਹਦੀ ਆਪ ਦੀ ਕਾਬਲੀਅਤ ਕੀ ਹੈ,
ਉਹਦੀ ਆਪਦੀ ਯੋਗਤਾ ਕੀ, ਉਹਦਾ ਆਪਦਾ ਐਕਸਪੀਰੀਅੰਸ ਕੀ ਹੈ, ਉਹਦਾ ਆਪਦਾ ਸਟੱਡੀ ਅਬਰੋਡ ਦੀ ਯੂਨੀਵਰਸਿਟੀ ਕਾਲਜ ਨਾਲ ਕਿੰਨੇ ਕੁ ਡਾਇਰੈਕਟ ਆਈ ਆਪਣੇ, ਇੰਨੇ ਕੁ ਜ਼ਰੂਰ ਮਾਪਦੰਡ ਸੈੱਟ ਹੋਣੇ ਚਾਹੀਦੇ ਨੇ। ਰਹੀ ਗੱਲ ਇਸ ਇੰਡਸਟਰੀ ਦੀ, ਸਰਕਾਰ ਨੂੰ ਚਾਹੀਦਾ ਇਸ ਇੰਡਸਟਰੀ ਦੇ ਵਾਲੇ ਸੋਚ ਕੇ ਕੁਝ ਇਹੋ ਜਿਹੇ ਮਤੇ ਪਾਸ ਕੀਤੇ ਜਾਣ, ਕੁਝ ਇਹੋ ਜਿਹੀਆਂ ਫਾਰਮੈਲਿਟੀ ਸਕੀਮਾਂ ਬਣਾਈਆਂ ਜਾਣ ਤਾਂ ਕਿ ਇਸ ਇੰਡਸਟਰੀ ਨੂੰ ਹੋਰ ਚੰਗੇ ਤਰੀਕੇ ਪ੍ਰਫੁੱਲ ਕੀਤਾ ਜਾ ਸਕੇ ਔਰ ਮਾੜੇ ਅਨਸਰ ਨੂੰ ਇਸ ਇੰਡਸਟਰੀ ਬਾਹਰ ਕੀਤਾ ਜਾ ਸਕੇ। ਆਲਰੇਡੀ ਇੰਡਸਟਰੀ ਬਹੁਤ ਗਰੋ ਕਰ ਚੁੱਕੀ ਹੈ, ਹੋਰ ਗਰੋ ਕਰੇਗੀ ਪ੍ਰਦੀਪ ਭਾਜੀ, ਬਟ ਜਦ ਤੱਕ ਮਾੜੇ ਅਨਸਰ ਨਹੀਂ ਖਤਮ ਹੁੰਦੇ ਇੰਡਸਟਰੀ ਅੱਜ ਵੀ ਚੋਰਾ ਇੰਡਸਟਰੀ ਕਹਾਏਗੀ। ਤੁਹਾਡੀ ਗੱਲ ਦੇ ਨਾਲ ਮੈਂ ਵੀ ਕਿਸੇ ਹੱਦ ਤੱਕ ਸਹਿਮਤ ਹਾਂ, ਪਰ ਨਾਲ ਦੀ ਨਾਲ ਨਾ ਇਹ ਦੱਸੋ ਤੁਸੀਂ ਫਾਇਦੇ ਤਾਂ ਗਿਣਾਤੇ ਇਮੀਗ੍ਰੇਸ਼ਨ ਦੇ ਵੀ, ਇਮੀਗ੍ਰੇਸ਼ਨ ਦੇ ਨਾਲ ਅੱਤਵਾਦ ਖਤਮ ਹੋ ਗਿਆ, ਇਮੀਗ੍ਰੇਸ਼ਨ ਦੇ ਨਾਲ NRIs ਜਿਹੜੇ ਆ ਉਹ ਬਣ ਗਏ, ਇਮੀਗ੍ਰੇਸ਼ਨ ਦੇ ਨਾਲ ਗਰੋਥ ਹੋ ਗਈ, ਵੈਸਟਰਨ ਯੂਨੀਅਨ ਵਾਲੇ ਮਨੀਗ੍ਰਾਮ ਵਾਲੇ ਉਹਨਾਂ ਦੇ ਬਿਜ਼ਨਸ ਚੱਲ ਪਏ, ਪਰ ਨਾਲ ਦੀ ਨਾਲ ਜਦੋਂ ਇੱਕ ਬੱਚਾ ਬਾਹਰ ਜਾਂਦਾ ਹੈ ਤਾਂ 25 ਤੋਂ 30 ਹਜ਼ਾਰ ਡਾਲਰ ਆ ਜਿਹੜਾ ਉਹ ਇੰਡੀਅਨ ਕਰੰਸੀ ਆ ਜਿਹੜੀ ਉਹ ਕੈਨੇਡੀਅਨ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ ਆਸਟ੍ਰੇਲੀਅਨ ਦੇ ਵਿੱਚ ਕਨਵਰਟ ਹੁੰਦੀ ਆ। ਇੰਡੀਅਨ ਦੀ ਕਰੰਸੀ, ਇੰਡੀਆ ਦੀ ਕਰੰਸੀ ਡਾਊਨ ਹੁੰਦੀ ਆ, ਦੂਸਰੀ ਕੰਟਰੀ ਦੀ ਕਰੰਸੀ ਅਪ ਹੁੰਦੀ ਆ, ਤੇ ਫਿਊਚਰ ਦੇ ਵਿੱਚ ਉਹ ਜੌਬ ਵੀ ਉੱਥੇ ਕਰੇਗਾ, ਟੈਕਸ ਵੀ ਉੱਥੇ ਭਰੇਗਾ। ਤੁਹਾਨੂੰ ਲੱਗਦਾ ਵੀ ਇੰਡੀਆ ਦੀ ਕਰੰਸੀ ਜਿਵੇਂ ਹੁਣ 2000 ਦਾ ਨੋਟ ਆ ਗਿਆ, ਤਾਂ ਤੁਹਾਨੂੰ ਲੱਗਦਾ ਵੀ ਇੰਡੀਆ ਦੀ ਕਰੰਸੀ ਜਿਹੜੀ ਦਿਨ ਬ ਦਿਨ ਡਾਊਨ ਹੁੰਦੀ ਜਾਂਦੀ ਆ, ਇਹਦੇ ਵਿੱਚ ਇਹ ਇਮੀਗ੍ਰੇਸ਼ਨ ਆ ਜਿਹੜੀ ਇਹ ਕਸੂਰਵਾਰ ਆ? ਕਸੂਰਵਾਰ ਪ੍ਰਦੀਪ ਭਾਜੀ ਨਹੀਂ ਕਹੂੰਗਾ। ਅੱਜ ਤੋਂ ਨਾ ਲਗਭਗ 5-6 ਸਾਲ ਪਹਿਲਾਂ ਮੈਨੂੰ ਕਿਸੇ ਇਦਾਂ ਹੀ ਚੈਨਲ ਦੇ ਐਂਕਰ ਨੇ ਪੁੱਛਿਆ ਵੀ ਤੁਹਾਡਾ ਇਹ ਕਾਰੋਬਾਰ ਕਦ ਤੱਕ ਚੱਲਦਾ ਰਹੂਗਾ, ਪ੍ਰੋਫੈਸ਼ਨ ਕਦ ਤੱਕ ਚੱਲਦਾ ਰਹੇਗਾ। ਮੇਰਾ ਇੱਕ ਬੜਾ ਸਿੰਪਲ ਜਿਹਾ ਜਵਾਬ ਸੀ, ਮੈਂ ਕਿਹਾ ਜੀ ਜਦ ਤੱਕ ਜਾਂ ਤਾਂ ਰੁਪਈਆ ਡਾਲਰ ਦੇ ਬਰਾਬਰ ਹੋ ਜੇ ਜਾਂ ਡਾਲਰ ਰੁਪਈਏ ਦੇ ਬਰਾਬਰ ਨਹੀਂ ਹੁੰਦਾ ਤਦ ਤੱਕ ਇਹ ਇੰਡਸਟਰੀ ਕਿਤੇ ਬੰਦ ਨਹੀਂ ਹੋ ਸਕਦੀ। ਹਰ ਸਾਲ 12ਵੀਂ ਪਾਸ ਨੌਜਵਾਨ ਬਾਹਰ ਜਾਣ ਲਈ ਚਮਕ ਚ ਰਹੇਗਾ। ਰਹੀ ਗੱਲ ਕਰੰਸੀ ਡਾਊਨ ਦੀ, ਕਰੰਸੀ ਡਾਊਨ ਵਿੱਚ ਸਿਰਫ ਇਮੀਗ੍ਰੇਸ਼ਨ ਦਾ ਹੱਥ ਨਹੀਂ ਕਵਾਂਗੇ ਆਪਾਂ, ਇੱਥੇ ਹੋਰ ਬਥੇਰੀਆਂ ਜੋ ਤੁਸੀਂ ਇੰਪੋਰਟ ਐਕਸਪੋਰਟ ਵਾਲੀ ਇੰਡਸਟਰੀ ਦੇ ਪਾਸੇ ਜਾਂਦੇ ਹੋ, ਜਦੋਂ ਅਸੀਂ ਚੀਜ਼ਾਂ ਦੀ ਐਕਸਪੋਰਟ ਵਧਾਵਾਂਗੇ ਜਾਂ ਇੰਪੋਰਟ ਘਟਾਵਾਂਗੇ ਉਦੋਂ ਵੀ ਕਰੰਸੀ ਡਾਊਨ ਹੋਏਗੀ। ਹਾਂ, ਇਮੀਗ੍ਰੇਸ਼ਨ ਇੰਡਸਟਰੀ ਇੰਨਾ ਜੂ ਕਹੂੰਗਾ ਕਿ ਪੰਜਾਬ ਦੇ ਵਿੱਚ ਬੱਚਾ ਜਾ ਕੇ ਬਾਹਰ ਇੱਕ ਵਧੀਆ ਜ਼ਿੰਦਗੀ ਦਾ ਸੁਪਨਾ ਲੈਂਦਾ, ਉੱਥੇ ਜਾ ਕੇ ਆਪਣੇ ਔਰ ਆਪਣੇ ਮਾਂ ਪਿਓ ਦੇ ਔਰ ਆਪਣੇ ਪੂਰੇ ਟੱਬਰ ਦੇ ਪੂਰੇ ਖਾਨਦਾਨ ਦੇ ਸੁਪਨੇ ਪੂਰੇ ਕਰਦਾ। ਇੱਥੇ ਅੱਜ ਉਹੀ ਬੱਚਾ ਬਾਹਰ ਨਾ ਜਾਵੇ। ਮੇਰੇ ਨਾਲ ਇਹੋ ਜਿਹੇ ਕਈ ਵਾਕਿਏ ਹੋਏ, ਮੈਂ ਕਈ ਇਹੋ ਜਿਹੀਆਂ ਸਟੋਰੀਜ਼ ਮੈਂ ਕਈ ਵਾਰ ਆਪਣੇ ਫੇਸਬੁੱਕ 'ਤੇ ਸਾਂਝੀਆਂ ਵੀ ਕਰਦਾ। ਜਿਹੜੇ ਬੱਚੇ ਦਾ ਵੀਜ਼ਾ ਇੱਥੇ ਰਿਫਿਊਜ਼ ਹੋ ਜਾਂਦਾ, ਉਹਨੂੰ ਤੇ ਉਹਦੇ ਟੱਬਰ ਨੂੰ ਪੁੱਛ ਕੇ ਵੇਖੋ ਉਹਦੇ ਦਿਲ ਤੇ ਕੀ ਬੀਤਦੀ ਹੈ। ਬੱਚਾ ਸੁਸਾਈਡ ਕਰਨ ਤੱਕ ਜਾਂਦਾ, ਬੱਚਾ ਡਿਪਰੈਸ਼ਨ ਤੱਕ ਚਲੇ ਜਾਂਦਾ। ਅੱਜ ਅਗਰ ਇਸ ਇੱਕ ਬੱਚੇ ਦਾ ਸੁਪਨਾ ਪੂਰਾ ਕਰਨ 'ਚ ਸਾਡੀ ਇੰਡਸਟਰੀ ਇੱਕ ਵਧੀਆ ਰੋਲ ਅਦਾ ਕਰਦੀ ਹੈ ਤਾਂ ਮੈਨੂੰ ਲੱਗਦਾ ਸ਼ਾਇਦ ਸਰਕਾਰ ਨੂੰ ਹੱਲਾਸ਼ੀ ਦੇਣੀ ਚਾਹੀਦੀ ਹੈ। ਰਹੀ ਗੱਲ ਕਰੰਸੀ ਦੀ, ਕਰੰਸੀ ਸਰਵੇ ਦੇ ਕਰਕੇ ਡਾਊਨ ਨਹੀਂ ਹੁੰਦੀ, ਪਰ ਹਰ ਸਾਲ ਜਦੋਂ ਬੱਚੇ ਜਾਂਦੇ ਜਾ ਕੇ ਮੁੜ ਕੇ ਇੱਥੇ ਬੱਚਿਆਂ ਨੂੰ ਬੱਚੇ ਆਪਣੇ ਮਾਂ ਪਿਓ ਨੂੰ ਕੋਠੀਆਂ ਪੂਰੀ ਡਾਲਰ ਲੱਖਾਂ ਡਾਲਰ ਇੱਥੇ ਭੇਜਦੇ ਵੀ ਆ, ਤਾਂ ਉਹ ਕਿਤੇ ਨਾ ਕਿਤੇ ਕਨਵਰਟ ਹੋ ਕੇ ਰੁਪਈਆ ਡਾਲਰ ਬਣ ਕੇ ਇੱਥੇ ਵਾਪਸ ਇੰਡੀਆ 'ਚ ਹੀ ਆਉਂਦਾ। ਬਿਲਕੁਲ ਬਿਲਕੁਲ, ਕਿਤੇ ਨਾ ਕਿਤੇ ਉਹ ਪੈਸੇ ਆ ਜਿਹੜੇ ਇੱਥੇ ਰੁਪਈਆਂ ਦੇ ਵਿੱਚੋਂ ਡਾਲਰ ਬਣੇ ਤੇ ਡਾਲਰਾਂ ਤੋਂ ਬਾਅਦ ਫਿਰ ਰੁਪਈਏ ਬਣਦੇ ਆ। ਸੋ ਇਸੇ ਤਰ੍ਹਾਂ ਸਾਡੀ ਗੱਲਬਾਤ ਆ ਜਿਹੜੀ ਜਾਰੀ ਰਹੂਗੀ ਰਾਈ ਸਾਹਿਬ ਹੋਣਾ ਦੇ ਨਾਲ, RS ਗਲੋਬਲ ਇਮੀਗ੍ਰੇਸ਼ਨ। ਅੱਜ ਅਸੀਂ ਜਲੰਧਰ ਦੇ ਵਿੱਚ ਉਹਨਾਂ ਦੇ ਨਾਲ ਇਹ ਸ਼ੂਟ ਕਰ ਰਹੇ ਹਾਂ। ਉਮੀਦ ਹੈ ਤੁਹਾਨੂੰ ਵੀ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ, ਹੋਰ ਵੀ ਕਈ ਗੱਲਾਂ ਬਾਤਾਂ ਕਰਨੀਆਂ ਨੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ। ਗਲੋਬਲ ਪੰਜਾਬ ਦੇ ਕਿਸੇ ਵੀ ਤਰ੍ਹਾਂ ਦੀ ਨਿਊਜ਼, ਇਵੈਂਟ ਕਵਰੇਜ ਜਾਂ ਐਡਵਰਟਾਈਜ਼ਮੈਂਟ ਲਈ ਸੰਪਰਕ ਕਰੋ ਗਿੱਲ ਪ੍ਰਦੀਪ 6465206706, ਈਮੇਲ gilpardeep11@yahoo.in। ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਮੇਰਾ ਅਮਰੀਕਾ ਦੇ ਵਿੱਚ। ਔਰ ਇਹ ਪ੍ਰੋਗਰਾਮ ਅਸੀਂ ਜ਼ਿਆਦਾਤਰ ਅਮਰੀਕਾ ਦੇ ਵਿੱਚ ਸ਼ੂਟ ਕਰਦੇ ਹਾਂ, ਪਰ ਹੁਣ ਅਸੀਂ ਇੰਡੀਆ ਦੇ ਵਿੱਚ ਸ਼ੂਟ ਕਰ ਰਹੇ ਹਾਂ ਕਿਉਂਕਿ ਗੱਲ ਇੱਥੇ ਵੀ ਅਮਰੀਕਾ ਕੈਨੇਡਾ ਦੀ ਹੋ ਰਹੀ ਹੈ, ਆਸਟ੍ਰੇਲੀਆ ਦੀ ਹੋ ਰਹੀ ਹੈ, ਇੰਗਲੈਂਡ ਦੀ ਹੋ ਰਹੀ ਹੈ, ਕਿਉਂਕਿ ਸਾਡੇ ਨਾਲ ਨੇ RS ਗਲੋਬਲ ਇਮੀਗ੍ਰੇਸ਼ਨ ਤੋਂ ਸੁਖਚੈਨ ਸਿੰਘ ਰਾਈ ਸਾਹਿਬ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ। ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਵੀ ਇਮੀਗ੍ਰੇਸ਼ਨ ਦੀ ਲਾਈਨ ਦੇ ਵਿੱਚ ਵੀ ਨਾ ਕਈ ਚਿੱਟੀਆਂ ਭੇਡਾਂ ਤੇ ਕਈ ਕਾਲੀਆਂ ਭੇਡਾਂ ਹਨ, ਪਰ ਜਦੋਂ ਕਿਸੇ ਬੱਚੇ ਨੇ +2 ਕਰ ਲਈ, ਆਈਲੈਟਸ ਕਰ ਲਈ, ਔਰ ਉਸ ਤੋਂ ਬਾਅਦ ਉਹਨੂੰ ਇਹ ਚੂਜ਼ ਕਰਨਾ ਵੀ ਮੈਂ ਹੁਣ ਏਜੰਟ ਕਿਹੜਾ ਚੂਜ਼ ਕਰਾਂ, ਮੈਂ ਕੇਸ ਕਿਵੇਂ ਲਾਉਣਾ ਹੈ, ਉਹਦੇ ਕੋਲੇ ਇੰਨੀ ਨੌਲੇਜ ਨਹੀਂ ਹੁੰਦੀ ਕਿਉਂਕਿ ਉਹਨੇ ਤਾਂ ਹਜੇ ਜੇ ਅੱਗੇ BA ਕਰਨੀ ਤਾਂ ਉਹਨੂੰ ਇਹ ਨਹੀਂ ਪਤਾ ਹੁੰਦਾ ਮੈਂ ਸਬਜੈਕਟ ਕਿਹੜੇ ਲੈਣੇ ਆ। ਯਾਰਾਂ ਦੋਸਤਾਂ ਦੇ ਨਾਲ ਰਲ ਕੇ ਜਾ ਕੇ ਸਬਜੈਕਟ ਲੈ ਲੈਂਦਾ ਹੈ ਨਾ। ਅਤੇ ਫਿਰ ਉਹ ਭਾਲ ਕਿਵੇਂ ਕਰੇ, ਉਹ ਚੋਣ ਕਿਵੇਂ ਕਰੇ ਵੀ ਸਹੀ ਏਜੰਟ ਕੀ ਆ, ਮੇਰੇ ਲਈ ਸਹੀ ਕੀ ਹੋ ਸਕਦਾ ਹੈ, ਤਾਂ ਉਹਨੂੰ ਇਹ ਨੌਲੇਜ ਆ ਜਿਹੜੀ ਉਹ ਕਿੱਥੋਂ ਹੋਣੀ ਚਾਹੀਦੀ ਹੈ। ਬੜਾ ਤੁਸੀਂ ਮਹੱਤਵਪੂਰਨ ਸਵਾਲ ਪੁੱਛਿਆ, ਬਹੁਤ ਇੰਪੋਰਟੈਂਟ ਸਵਾਲ ਹੈ, ਕਿਉਂਕਿ ਆਹੀ ਚੀਜ਼ ਦੇ ਸਵਾਲ ਦੀ ਭਾਲ ਵਿੱਚ ਬੰਦਾ ਥਾਂ ਭਟਕਦਾ। ਉਹ ਹਰ ਇੱਕ ਮਸ਼ਹੂਰੀ ਪਿੱਛੇ ਜਾਂਦਾ, ਵੱਡੀ ਐਡਵਰਟਾਈਜ਼ਮੈਂਟ ਪਿੱਛੇ ਜਾਂਦਾ ਹੈ। ਅੱਜ ਮੈਂ ਫੇਸਬੁੱਕ 'ਤੇ ਰੌਲਾ ਪਾਤਾ, ਕੱਲ੍ਹ ਨੂੰ ਤੁਸੀਂ ਪਾਤਾ, ਕੱਲ੍ਹ ਨੂੰ ਕਿਸੇ ਹੋਰ ਨੇ ਪਾਤਾ, ਉਹਦੇ ਮਗਰ ਤੁਰ ਪੈਂਦਾ। ਇੱਕ ਨਾ ਮੇਰਾ ਬੜੇ ਚਿਰ ਤੋਂ ਇੱਕ ਡਾਇਲੋਗ ਜਿਹਾ ਬੜਾ ਮਸ਼ਹੂਰ ਹੋਇਆ, ਮੈਂ ਕਿਹਾ ਇੱਕ ਚੰਗਾ ਕੱਕਾ ਕੰਸਲਟੈਂਟ ਚੰਗਾ ਕੱਕਾ ਕਰੀਅਰ ਬਣਾ ਦਿੰਦਾ। ਉਹਦੇ ਵਿੱਚ ਹੋਰ ਵੀ 4 ਕੱਕੇ ਆਉਂਦੇ ਆ, ਚੰਗਾ ਕੱਕਾ ਕੰਟਰੀ, ਚੰਗਾ ਕੱਕਾ ਕਾਲਜ, ਚੰਗਾ ਕੱਕਾ ਕੋਰਸ। ਅਤੇ ਜੇ ਤੁਹਾਡੇ
ਪਹਿਲਾ ਕੱਕਾ ਤੁਹਾਡਾ ਗਲਤ ਹੋ ਗਿਆ ਨਾ ਕੰਸਲਟੈਂਟ ਦਾ, ਉਹਨੇ ਸਾਰੇ ਕੱਕੇ ਖਰਾਬ ਕਰ ਦੇਣੇ। ਤੂੰ ਬੜਾ ਵਧੀਆ ਸਵਾਲ ਆ ਵੀ ਵਧੀਆ ਕੰਸਲਟੈਂਟ ਚੋਣ ਕਰਨਾ ਬੜਾ ਜ਼ਰੂਰੀ ਹੈ। ਇਹਦਾ ਸਿੰਪਲ ਜਿਹਾ ਸਾਦਾ ਜਵਾਬ ਆ ਜੀ, ਅੱਜ ਦੀ ਡੇਟ 'ਚ ਡਿਜੀਟਲ ਮੀਡੀਆ ਜ਼ਮਾਨਾ, ਤੁਸੀਂ ਵੀ ਮੀਡੀਆ ਨਾਲ ਜੁੜੇ ਹੋ। ਜਦੋਂ ਦਾ ਪਿਛਲੇ 5-7 ਸਾਲ ਤੋਂ ਡਿਜੀਟਲ ਮੀਡੀਆ ਹੈ, ਹਰ ਇੱਕ ਮੋਬਾਈਲ ਫੋਨ ਤੇ ਫੇਸਬੁੱਕ ਹੈ, ਯੂਟਿਊਬ ਹੈ, ਬੰਦਾ ਇੰਸਟਾਗ੍ਰਾਮ ਯੂਜ਼ ਕਰਦਾ, ਸਨੈਪਚੈਟ ਯੂਜ਼ ਕਰਦਾ। ਕਿਸੇ ਬੰਦੇ ਦਾ ਪੂਰਾ ਮੈਂ ਕਹਿੰਦਾ ਜੀ ਪਤੜੇ ਫੋਲਣੇ ਨਾ ਬੜੇ ਸੌਖੇ ਹੋ ਗਿਆ ਅੱਜ ਦੀ ਡੇਟ 'ਚ। ਅੱਜ ਆਰ ਐਸ ਗੋਬਲ ਤੁਸੀਂ ਬੋਲ ਰਹੇ ਹੋ, ਆਪਾਂ ਹਜੇ ਤੱਕ ਆਪਣਾ ਨੰਬਰ ਨਹੀਂ ਬੋਲਿਆ ਕਿਸੇ ਨੂੰ ਵੀ, ਪਰ ਲੋਕਾਂ ਨੇ ਆਪਣੇ ਲੱਭਣਾ ਵੀ ਆਰ ਐਸ ਗੋਬਲ ਗੂਗਲ ਤੇ ਸਰਚ ਕਰਕੇ ਕੰਟੈਕਟ ਨੰਬਰ ਕੀ, ਦਫ਼ਤਰ ਕਿੱਥੇ ਕਿੱਥੇ ਆ। ਸੋ ਮੈਨੂੰ ਲੱਗਦਾ ਕਿ ਅੱਜ ਦੀ ਡੇਟ 'ਚ ਜਿੰਨੇ ਕਿ ਟੀਵੀ ਤੇ ਫੇਸਬੁੱਕ ਤੇ ਯੂਟਿਊਬ ਤੇ ਇੱਕ ਸਮਾਂ ਸੀ ਅਸੀਂ ਅਖਬਾਰ 'ਚ ਆਪਣੀ ਮਸ਼ਹੂਰੀ ਦਿੰਦੇ ਸੀ ਲੱਖਾਂ ਰੁਪਏ ਖਰਚ ਕੇ, ਤੇ ਫਿਰ ਸਮਾਂ ਆ ਗਿਆ ਟੀਵੀ ਸ਼ੋਜ਼, ਹਰ ਕੋਈ ਬੰਦਾ ਟੀਵੀ 'ਚ ਬੈਠਣ ਲੱਗ ਪਿਆ। ਹੁਣ ਯਾਦ ਆ ਮੈਂ ਲੋਹੜੀ ਵਾਲੇ ਦਿਨ ਤੋਂ ਅਗਲੇ ਦਿਨ ਦੀ ਗੱਲ ਆ, 14 ਵਿਸਾਖੀ ਵਾਲੇ ਦਿਨ 14 ਅਪ੍ਰੈਲ 2009 ਨੂੰ ਪਹਿਲੀ ਵਾਰ ਕਿਸੇ ਚੈਨਲ ਤੇ ਬੈਠਾ ਸੀ। ਅੱਜ ਲਗਭਗ 11-12 ਸਾਲ ਦਾ ਸਮਾਂ ਹੋ ਗਿਆ ਬੋਲਦਿਆਂ ਨੂੰ, ਤੇ ਹੁਣ ਹਰ ਕੋਈ ਟੀਵੀ ਤੇ ਬੋਲਣਾ ਸ਼ੁਰੂ ਹੋ ਗਿਆ। ਹੁਣ ਸਮਾਂ ਆ ਗਿਆ ਜੀ ਸੋਸ਼ਲ ਮੀਡੀਆ ਦਾ। ਸੋ ਬੱਚਿਆਂ ਨੂੰ, ਉਹਦੇ ਮਾਂ ਪਿਓ ਨੂੰ ਇੱਕੋ ਰਿਕੁਐਸਟ ਹੈ, ਜਦੋਂ ਵੀ ਬਾਹਰ ਜਾਣ ਦਾ ਸੁਪਨਾ ਦਿਮਾਗ 'ਚ ਆਵੇ, ਖਿਆਲ ਦਿਮਾਗ 'ਚ ਆਵੇ, ਮੇਰੀਆਂ ਮਿੱਠੀਆਂ ਗੱਲਾਂ 'ਚ ਜਾਂ ਕਿਸੇ ਦੀਆਂ ਕੌੜੀਆਂ ਗੱਲਾਂ 'ਚ ਨਹੀਂ ਜਾਣਾ, ਜਾਂ ਮੇਰੀਆਂ ਕੌੜੀਆਂ ਤੇ ਕਿਸੇ ਦੀ ਮਿੱਠੀਆਂ ਗੱਲਾਂ 'ਚ ਜਾਣਾ। ਆਪਣੇ ਦਿਮਾਗ ਤੋਂ, ਆਪਣੇ ਸਮਝ ਤੋਂ ਕੰਮ ਲੈਣਾ, ਕਿਉਂਕਿ ਜ਼ਿੰਦਗੀ ਤੁਹਾਡੀ ਹੈ। ਉਹ ਕਹਿੰਦੇ ਜੇ ਸਵਰਗ ਦਾ ਨਜ਼ਾਰੇ ਲੈਣੇ ਤਾਂ ਮਰਨਾ ਤੁਹਾਨੂੰ ਪੈਣਾ। ਇਹ ਨਹੀਂਗਾ ਕਿ ਮਰਾਂ ਮੈਂ ਤੇ ਸਵਰਗ ਤੁਸੀਂ ਜਾਓ। ਜੇ ਤੁਸੀਂ ਸਵਰਗ ਜਾਣਾ, ਮਰਨਾ ਵੀ ਤੁਹਾਨੂੰ ਪਏਗਾ। ਤੇ ਜੇ ਤੁਸੀਂ ਬਾਹਰ ਦੇ ਨਜ਼ਾਰੇ ਲੈਣੇ, ਤੁਸੀਂ ਵਧੀਆ ਭਵਿੱਖ ਦੀ ਭਾਲ 'ਚੋਂ, ਤਾਂ ਰਿਸਰਚ ਤੁਹਾਨੂੰ ਖੁਦ ਨੂੰ ਕਰਨੀ ਪਏਗੀ। ਅੱਜ ਦੀ ਡੇਟ ਵਿੱਚ ਗੂਗਲ ਬੜੀ ਵੱਡੀ ਇੱਕ ਸਰਚ ਇੰਜਨ ਆ। ਤੁਸੀਂ ਕਿਸੇ ਵੀ ਕੰਪਨੀ ਬਾਰੇ ਕੋਈ ਵੀ ਸਰਚ ਕਰਨੀ ਤਾਂ ਉਹਦੇ ਰੇਟਿੰਗ ਚੈੱਕ ਕੀਤੀ ਜਾ ਸਕਦੀ ਹੈ। ਨਾਲੇ ਕਿਤੇ ਘਰ ਦੇ ਭਾਗ 'ਚੋਂ ਬਾਰੇ ਪਤਾ ਲੱਗ ਜਾਂਦੇ ਆ। ਦਫ਼ਤਰ ਜਾ ਕੇ ਵੇਖੋ, ਉੱਥੇ ਰੋਲਾ ਰੱਪਾ ਚੱਲ ਰਿਹਾ ਕਿ ਲੱਡੂ ਵੰਡੇ ਜਾ ਰਹੇ, ਕੰਸਲਟੈਂਟ ਚੋਣ ਆਪਣੇ ਆਪ ਹੋ ਜਾਏਗੀ। ਉਹਦੀਆਂ ਸਕਸੈਸ ਸਟੋਰੀ ਚੈੱਕ ਕਰੋ। ਅੱਜ ਮੈਂ ਤਾਂ ਫੇਸਬੁੱਕ ਦਿਖਾ ਦੂੰਗਾ ਜੀ, ਮੇਰੇ 5 ਵੀਜ਼ੇ ਲੱਗੇ, ਮੇਰੇ 50 ਵੀਜ਼ੇ ਲੱਗੇ, ਪਰ ਇਹ ਵੇਖੋ ਮੇਰੇ 5 ਪਿੱਛੇ ਰਿਫਿਊਜ਼ ਕਿੰਨੇ ਹੋਏ ਆ, ਉਹ ਵੀ ਦੇਖਣੇ ਜ਼ਰੂਰੀ ਨੇ। ਅੱਜ ਆਰ ਐਸ ਗੋਬਲ ਕਹਿੰਦਾ ਜੀ ਮੈਂ ਲਗਵਾਤੇ ਜੀ, ਹਮਨੇ ਲਗਵਾਏ ਪੰਜਾਬ ਸੇ ਸਭਸੇ ਜ਼ਿਆਦਾ ਵੀਜ਼ੇ। ਇਹ ਵੇਖੋ ਕਿ ਸਭ ਤੋਂ ਜ਼ਿਆਦਾ ਰਿਫਿਊਜ਼ ਵੀ ਕਿੰਨੇ ਕਰਾਏ। ਸੋ ਸਿਰਫ ਚੰਗੀਆਂ ਚੀਜ਼ਾਂ ਨਾ ਵੇਖੋ, ਨਾਲ ਮਾੜੇ ਤੱਥ ਵੀ ਦੇਖੋ, ਨੈਗੇਟਿਵ ਪੁਆਇੰਟ ਵੀ ਦੇਖੋ। ਅੱਜ ਆਰ ਐਸ ਗੋਬਲ ਪੂਰੇ ਪੰਜਾਬ ਵਿੱਚ ਤਕਰੀਬਨ ਪਿਛਲੇ 14 ਸਾਲ ਤੋਂ ਅਲੱਗ-ਅਲੱਗ ਥਾਵਾਂ 'ਤੇ ਸਰਵਿਸ ਦੇ ਰਿਹਾ। ਜਲੰਧਰ ਹੈੱਡ ਆਫਿਸ ਹੈ, ਮੋਹਾਲੀ ਹੈ, ਉਸ ਤੋਂ ਬਾਅਦ ਅੰਮ੍ਰਿਤਸਰ 'ਚ ਦਫ਼ਤਰ ਹੈ, ਕੈਨੇਡਾ 'ਚ 3 ਦਫ਼ਤਰ ਨੇ ਸਾਡੇ, ਵਿਨੀਪੈਗ ਵਿੱਚ, ਐਡਮਿੰਟਨ 'ਚ, ਮਿਸੀਸਾਗਾ 'ਚ, ਤੋਂ ਆਸਟ੍ਰੇਲੀਆ ਸਾਡਾ ਦਫ਼ਤਰ ਹੈ ਮੈਲਬਰਨ 'ਚ। ਸੋ 15 ਸਾਲ ਤੋਂ ਕੰਪਨੀ ਕੰਮ ਕਰ ਰਹੀ ਹੈ। ਉਹ ਸਾਡੇ ਮੱਥੇ ਇੱਕ ਟੈਗ ਲੱਗ ਗਿਆ ਪ੍ਰਦੀਪ ਭਾਜੀ, ਉਹ ਟੈਗ ਲੱਗਾ ਰਿਫਿਊਜ਼ਲ ਕੇਸਿਸ ਐਕਸਪਰਟ। ਉਹ ਕਿਉਂ ਲੱਗਾ? ਕਿਉਂਕਿ ਮੈਂ ਖੁਦ ਆਪਣਾ ਵੀਜ਼ਾ ਮੇਰਾ 2003 'ਚ ਰਿਫਿਊਜ਼ ਹੋਇਆ ਸੀ ਯੂਕੇ ਦਾ। ਉਹ ਰਿਫਿਊਜ਼ਲ ਆਪਣੇ ਪਿੰਡੇ ਤੇ ਹੰਡਾਈ, ਆਪਣਾ ਵੀਜ਼ਾ ਖੁਦ ਅਪਲਾਈ ਕੀਤਾ, ਯੂਕੇ ਗਿਆ, ਮਾਸਟਰ ਕਰਕੇ ਵਾਪਸ ਆਇਆ। ਸੋ ਇੱਕ ਸਟੂਡੈਂਟ ਨੇ, ਜਦੋਂ ਇੱਕ ਬੰਦੇ ਨੇ ਖੁਦ ਆਪਣੇ ਪਿੱਠ ਤੇ ਉਹ ਹੰਡਾਇਆ ਹੋਵੇ ਨਾ, ਤੁਹਾਨੂੰ ਪਤਾ ਹੁੰਦਾ ਕਿ ਰਿਫਿਊਜ਼ਲ ਵਾਲੇ ਬੱਚੇ ਬੀਤਦੀ ਕੀ ਆ। ਸੋ ਅੱਜ ਸਾਡੇ ਕੋਲ ਰਿਫਿਊਜ਼ਲ ਕਰਾ ਕੇ ਬੱਚੇ ਆਉਂਦੇ ਆ, ਫਲਾਣੇ ਕਿਸੇ ਕੰਸਲਟੈਂਟ ਤੋਂ 2 ਵਾਰ 3 ਵਾਰ 4 ਵਾਰ ਰਿਫਿਊਜ਼ ਹੋ ਕੇ ਆਉਂਦੇ ਆ। ਔਰ ਕੋਸ਼ਿਸ਼ ਰਹਿੰਦੀ ਬਾਬੇ ਤੋਂ ਡਰ ਕੇ ਕਹੀਦਾ ਕਿ ਕਦੀ ਕਿਸੇ ਕਲਾਇੰਟ ਵਿੱਚ ਕਲਾਇੰਟ ਨਹੀਂ ਵੇਖਿਆ, ਪੁਰਾਣਾ ਸੁਖ ਚੈਨ ਰਾਹੀਂ ਵੇਖਿਆ, ਆਪਦਾ ਬੱਚਾ, ਆਪਦਾ ਭਰਾ, ਆਪਦੀ ਭੈਣ ਵੇਖੀ ਆ। ਜਦੋਂ ਤੁਸੀਂ ਇੱਦਾਂ ਕਿਸੇ ਬੱਚੇ ਨੂੰ ਟਰੀਟ ਕਰਦੇ ਹੋ, ਤਾਂ ਫਿਰ ਕਲਾਇੰਟ ਨਾ ਰਹਿ ਕੇ ਉਹ ਤੁਹਾਡਾ ਇੱਕ ਪਰਿਵਾਰਕ ਮੈਂਬਰ ਬਣਦਾ, ਅਤੇ ਆਪਣੇ ਫਿਰ ਬਾਬਾ ਨਾਨਕ ਸਿੱਧੀਆਂ ਪਾਉਂਦਾ। ਸੋ ਜੋ ਕੰਸਲਟੈਂਟ ਦੀ ਚੋਣ ਕਰਨੀ ਆ, ਤੁਸੀਂ ਉਹਦੀਆਂ ਸਕਸੈਸ ਸਟੋਰੀ ਦੇ ਨਾਲ ਨਾਲ ਇਹ ਵੀ ਦੇਖੋ ਕਿ ਉਹਦੀ ਜਿਹੜੀ ਸਕਸੈਸ ਰੇਸ਼ੋ ਕੀ ਹੈ। ਜੇ ਉਹਨੇ 10 ਵੀਜ਼ੇ ਲਵਾਏ, 10 ਵੀਜ਼ੇ ਕਿੰਨਿਆਂ ਪਿੱਛੇ ਲਵਾਏ ਉਹਨੇ, ਔਰ ਦੇਖੋ ਕਿੰਨੇ ਚਿਰ ਤੋਂ ਪੁਰਾਣਾ ਕੰਮ ਕਰ ਰਿਹਾ, ਕਿਹੜੀ ਕੰਟਰੀ 'ਚ ਉਹਦੀ ਕਿਸ ਤਰ੍ਹਾਂ ਦੀ ਮੁਹਾਰਤ ਹੈ। ਬਾਕੀ ਤੁਸੀਂ ਇਹ ਰਿਸਰਚ ਗੂਗਲ 'ਤੇ ਜਾ ਕੇ ਕਰੋ, ਇੱਕ ਛੱਡ ਕੇ 10 ਕੰਸਲਟੈਂਟ ਮਿਲ ਕੇ ਆਓ। ਆਪਾਂ ਜਦੋਂ ਬੱਚਿਆਂ ਦੇ, ਭੈਣਾਂ ਭਰਾਵਾਂ ਦੇ ਰਿਸ਼ਤੇ ਕਰਦੇ ਤਾਂ ਬੜਾ ਟੁਣ ਠਾਣ ਕੇ ਵੇਖ ਪਰਖ ਕੇ ਕਰਦੇ ਆ। ਉਹ ਵੀ ਜ਼ਿੰਦਗੀ ਦਾ ਮਾਮਲਾ, ਤੇ ਇਹ ਵੀ ਜ਼ਿੰਦਗੀ ਦਾ ਮਾਮਲਾ ਹੈ। ਇਹ ਕੋਈ ਤੁਸੀਂ ਕਿਸੇ ਦੁਕਾਨ ਤੋਂ ਕੋਈ ਪੈਂਟ ਕਮੀਜ਼ ਲਿਆਉਣ ਨਹੀਂ ਚੱਲੇ, ਤੁਸੀਂ ਕੋਈ ਸ਼ੋਪਿੰਗ ਕਰਨੀ ਚੱਲੇ, ਤੁਹਾਡੇ ਭਵਿੱਖ ਦਾ ਮਾਮਲਾ। ਇੱਕ ਛੱਡ ਕੇ 10 ਕੰਪਨੀਆਂ ਦੇ ਦਫ਼ਤਰ ਜਾ ਕੇ ਆਓ, ਫਿਰ ਆਪਣੇ ਮਾਂ ਪਿਓ ਨੂੰ ਨਾਲ ਲੈ ਕੇ ਜਾਓ, ਕਿਉਂਕਿ ਮਾਂ ਪਿਓ ਬੇਸ਼ੱਕ ਘੱਟ ਪੜ੍ਹੇ ਲਿਖੇ ਹੋਣਗੇ ਤੁਹਾਡੇ, ਪਰ ਉਹਨੂੰ ਜ਼ਿੰਦਗੀ ਤਜਰਬਾ ਜ਼ਿਆਦਾ। ਉਹ ਬੰਦੇ ਨੂੰ ਪਛਾਣ ਸਕਦੇ ਨੇ ਉਹਦੀ ਅੱਖਾਂ ਤੋਂ, ਉਹਦੀ ਗੱਲਾਂ ਬਾਤਾਂ ਤੋਂ। ਇੱਕ ਬੰਦਾ ਝੂਠ ਬੋਲ ਦੂ, 2 ਬੋਲ ਦੂ, 10 ਝੂਠ ਨਹੀਂ ਬੋਲ ਸਕਦੇ। ਤਾਂ 10 ਨਾਲ ਜਾ ਕੇ ਦਫ਼ਤਰ ਜਾ ਕੇ ਚੈੱਕ ਕਰਕੇ ਆਓ, ਰਿਸਰਚ ਕਰੋ ਆਪਣੇ ਲੈਵਲ 'ਤੇ, ਉਸ ਤੋਂ ਬਾਅਦ ਕੰਸਲਟੈਂਟ ਚੋਣ ਕਰੋ। ਕਿਉਂਕਿ ਇੱਕ ਚੰਗਾ ਕੰਸਲਟੈਂਟ ਤੁਹਾਨੂੰ ਚੰਗਾ ਇੱਕ ਮਤਲਬ ਇਕੱਲਾ ਕੰਟਰੀ ਜਾਂ ਕਾਲਜ ਕੋਰਸ ਨਹੀਂ ਦਵਾ ਸਕਦਾ, ਇੱਕ ਚੰਗੇ ਭਵਿੱਖ ਦੇ ਪਾਸੇ ਪਹਿਲਾ ਕਦਮ ਤੋਰ ਸਕਦਾ। ਬਿਲਕੁਲ ਰਾਈ ਸਾਹਿਬ, ਇੱਕ ਹੋਰ ਦੱਸਿਓ, ਆਪਾਂ ਨਾ ਹੋਰ ਤੁਹਾਡੀਆਂ ਜਿਹੜੀਆਂ ਆਰ ਐਸ ਗਲੋਬਲ ਵੱਲੋਂ ਤੋਂ ਸਰਵਿਸਿਜ਼ ਦਿੱਤੀਆਂ ਜਾ ਰਹੀਆਂ ਉਹਨਾਂ 'ਤੇ ਆਉਂਦੇ ਆ, ਪਰ ਉਸ ਤੋਂ ਪਹਿਲਾਂ ਇਹ ਗੱਲ ਦੱਸਿਓ ਵੀ ਇਮੀਗ੍ਰੇਸ਼ਨ ਦੇ ਨਾਮ ਤੇ ਨਾ, ਜਿਹੜੇ ਆਈਲੈਟਸ ਦੇ ਨਾਮ ਤੇ ਇੱਕ ਬਹੁਤ ਵੱਡੀ ਠੱਗੀ ਠੋਰੀ ਚੱਲੀ ਹੋਈ ਆ ਵੀ ਕੁੜੀ ਨੇ ਆਈਲੈਟਸ ਕਰ ਲਈ, ਫਿਰ ਕੋਈ ਦਾਜ ਦੀ ਸਮੱਸਿਆ ਨਹੀਂ, ਕੋਈ ਜਾਤ-ਪਾਤ ਦੀ ਸਮੱਸਿਆ ਨਹੀਂ, ਹਨਾ, ਉਹ ਸਾਰੀਆਂ ਸਮੱਸਿਆਵਾਂ ਹੱਲ, ਤੇ ਫਿਰ ਨਾਲ ਦੀ ਨਾਲ ਮੁੰਡੇ ਵਾਲੇ ਪੈਸੇ ਲਾਉਣ ਵਾਲੇ ਆ ਜਾਂਦੇ, ਹਨਾ। ਕਿਸੇ ਦੇ ਤਾਂ ਸਹੀ ਵੀ ਵਿਆਹ ਹੁੰਦੇ ਆ ਤੇ ਕਈ ਜਾਲੀ ਵਿਆਹ ਵੀ ਹੁੰਦੇ ਆ। ਪਰ ਹੁਣ ਜਿਹੜੀ ਕੁੜੀ ਦੀ ਏਜ ਆ ਉਹ 18 ਸਾਲ ਤੋਂ 21 ਸਾਲ ਦੀ ਹੋ ਗਈ, ਹਨਾ। ਕੀ ਤੁਹਾਨੂੰ ਲੱਗਦਾ ਵੀ ਇਹ ਰੂਲ ਆਉਣ ਦੇ ਨਾਲ ਜਿਹੜੀ ਉਹ ਚੀਜ਼ ਸੀਗੀ ਵੀ +2 ਤੋਂ ਬਾਅਦ ਆਈਲੈਟਸ ਕਰਦੇ ਸੀ, ਹੁਣ ਉਹ ਬੱਚੇ +2 ਦੇ ਵਿੱਚ ਉਹ 18 ਸਾਲ ਦੀ ਏਜ ਤੋਂ ਉੱਪਰ ਹੋ ਜਾਣਗੇ ਫਿਰ ਜਾ ਕੇ, ਤੇ ਫਿਰ +2 ਤੋਂ ਬਾਅਦ ਉਹ ਵੀ ਇੱਥੇ ਡਿਗਰੀ ਕਰਕੇ ਫਿਰ ਉਹ ਅਪਲਾਈ ਕਰਨਗੇ। ਤਾਂ ਜਿਹੜੇ 18 ਤੋਂ 21 ਸਾਲ ਦੀ ਉਮਰ ਹੋਈ ਆ, ਇਹਦੇ ਨਾਲ ਉਹ ਫਰੌਡ ਆ ਜਿਹੜੇ ਬਾਹਰਲੇ ਮੁਲਕਾਂ ਵਿੱਚ ਜਾ ਕੇ ਫਿਰ ਉੱਥੇ ਚੈਨਲਾਂ 'ਤੇ ਜਾ ਕੇ ਉਹ ਫਿਰ ਲਾਈਵ ਹੋ ਕੇ ਦੱਸਦੇ ਆ ਵੀ ਸਾਨੂੰ ਬੁਲਾਇਆ ਨਹੀਂ, ਸਾਨੂੰ ਇੱਥੇ ਆ ਕੇ ਫੋਨ ਨਹੀਂ ਕਰਦੀ, ਹੈ ਨਾ, ਉਹ ਮਸਲੇ ਹੱਲ ਹੋ ਜਾਣਗੇ। ਇੱਕ ਸਮਾਂ ਸੀ ਪ੍ਰਦੀਪ ਭਾਈ, ਜਦੋਂ ਬਾਹਰੋਂ ਆ ਕੇ
ਲਾੜੇ ਇੱਥੇ ਵਿਆਹ ਕਰਾ ਜਾਂਦੇ ਸੀ, ਉੱਥੇ 2-2 3-3 ਵਿਆਹ ਕਰਾਏ ਹੁੰਦੇ ਸੀ। ਅੱਜ ਦੀ ਡੇਟ 'ਚ ਉਹ ਕੰਮ ਥੋੜਾ ਉਲਟ ਹੋ ਗਿਆ। ਤੁਸੀਂ ਪਿਛਲੇ ਵੇਖਿਆ ਲਵਪ੍ਰੀਤ ਮੁੰਡੇ ਨੇ ਸੁਸਾਈਡ ਕੀਤਾ, ਬੜਾ ਮਾੜੀ ਘਟਨਾ ਵਾਪਰੀ। ਉਸ ਘਟਨਾ ਤੋਂ ਬਾਅਦ ਹੋਰ ਕਈ ਇਹੋ ਜਿਹੇ ਬੱਚੇ ਜਾਗੇ। ਅੱਜ ਸਿਰਫ ਲੜਕੇ ਨਹੀਂ, ਲੜਕੀਆਂ ਬਰਾਬਰ ਦੇ ਦੋਸ਼ੀਆਂ ਨੇ, ਔਰ ਉਹਦੇ ਮਾਂ-ਪਿਓ ਜ਼ਿਆਦਾ ਦੋਸ਼ੀ ਆ। ਤੁਸੀਂ ਉਮਰ ਦੀ ਗੱਲ ਕੀਤੀ, ਉਮਰ 18 ਛੱਡ ਕੇ 21 ਛੱਡ ਕੇ 50 ਸਾਲ ਕਰ ਦਿਓ ਭਾਵੇਂ, ਜਦ ਤੱਕ ਮਾਂ-ਪਿਓ ਸਿਆਣੇ ਨਹੀਂ ਹੋਣਗੇ ਨਾ, ਜਦ ਤੱਕ ਅਸੀਂ ਆਪਣੇ ਧੀਆਂ ਪੁੱਤਾਂ ਦੇ ਸੌਦੇ ਕਰਨ ਨੂੰ ਲਟਾਂਗੇ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਲਾਵਾਂ ਲੈਂਦੇ ਹਾਂ, ਉਸ ਪਰਮਾਤਮਾ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਸਿਰਫ ਇੱਕ ਵੀਜ਼ੇ ਦੇ ਲਾਲਚ ਨੂੰ ਆਪਾਂ ਆਪਣੇ ਕਦਰਾਂ ਕੀਮਤਾਂ ਗਵਾ ਬੈਠੇ ਹਾਂ। ਪੰਜਾਬੀ ਜਿਹੜਾ ਅਣਖੜੀ ਜਾਣਿਆ ਜਾਂਦਾ ਸੀ, ਅੱਜ ਸਿਰਫ ਇੱਕ ਛੋਟੇ ਜਿਹੇ ਵੀਜ਼ੇ ਦੇ ਲਾਲਚ ਪਿੱਛੇ ਆਪਣੀ ਧੀਆਂ ਦੇ ਪੁੱਤਾਂ ਦੇ ਰਿਸ਼ਤੇ ਕਰਦੇ ਹਾਂ। ਮੈਨੂੰ ਲੱਗਦਾ ਸ਼ਾਇਦ ਇਸ ਤੋਂ ਵੱਡੀ ਮਤਲਬ ਲਾਨਤ ਪੰਜਾਬੀ ਤੋਂ ਕੋਈ ਨਹੀਂ ਹੋ ਸਕਦੀ। ਮਾਫੀ ਚਾਹੁੰਦਾ ਆਪਣੇ ਸ਼ਬਦਾਂ ਲਈ, ਮੈਨੂੰ ਕੋਈ ਗੁੱਸਾ ਵੀ ਲੱਗੂਗਾ, ਬੁਰਾ ਲੱਗੂਗਾ, ਬਟ ਸੱਚ ਆ, ਸੱਚ ਕੋੜਾ ਹੁੰਦਾ। ਇਹ ਸਾਨੂੰ ਆਪਣੇ ਆਪ ਗਿਰੇਬਾਨ 'ਚ ਝਾਤੀ ਮਾਰਨੀ ਪਏਗੀ। ਉਮਰਾਂ ਦੇ ਨਾਲ ਕੋਈ ਫਰਕ ਨਹੀਂ ਪੈਣਾ। ਤੁਸੀਂ ਦੇਖੋ ਅੱਜ ਬਹੁਤ ਸਾਰੀਆਂ ਕੰਟਰੀਜ਼, ਜਿਵੇਂ ਆਸਟ੍ਰੇਲੀਆ ਗੱਲ ਕਰੀਏ, 12ਵੀਂ ਪਾਸ ਕੁੜੀ ਹੈ, ਤੁਸੀਂ ਸਪਾਊਸ ਨਾਲ ਨਹੀਂ ਜਾ ਸਕਦਾ। ਕੈਨੇਡਾ 'ਚ 12ਵੀਂ ਪਾਸ ਕੁੜੀ ਆ, ਸਪਾਊਸ ਨਾਲ ਨਹੀਂ ਜਾ ਸਕਦਾ। ਗ੍ਰੈਜੂਏਸ਼ਨ ਕੀਤੀ ਆ, ਮਾਸਟਰ ਕੋਰਸ ਚੱਲੇ, ਉਹ ਸਪਾਊਸ ਨਾਲ ਜਾਂਦਾ। ਹੁਣ ਅੱਜ ਆਸਟ੍ਰੇਲੀਆ ਦੇ ਕਈ ਯੂਨੀਵਰਸਿਟੀਆਂ ਕਹਿੰਦੀਆਂ ਕਿ ਕੁੜੀ ਗ੍ਰੈਜੂਏਟ ਪੜ੍ਹੀ ਆ, ਸਪਾਊਸ ਤੁਹਾਡਾ +2 ਪੜ੍ਹਿਆ ਕਿਉਂ? ਅੱਜ ਕੁੜੀ ਕਹਿੰਦੀ ਜੀ ਮੈਂ ਮਤਲਬ ਗ੍ਰੈਜੂਏਸ਼ਨ ਕਰਕੇ 6 6.5 ਬੈਂਡ ਲੈ ਕੇ ਅਗਰ ਆਸਟ੍ਰੇਲੀਆ ਪੜ੍ਹਨ ਚੱਲੀ ਆ, ਮੁੰਡਾ ਉਹ 10ਵੀਂ ਪਾਸ ਜਾਂ 12ਵੀਂ ਪਾਸ ਕਿਵੇਂ ਚੂਜ਼ ਕਰ ਲੂਗੀ? ਟ੍ਰਿਮਿਸ ਕਿਤੇ ਨਾ ਕਿਤੇ ਵਿਆਹ 'ਚ ਗੜਬੜ ਹੈ। ਔਰ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਜ਼ਿਆਦਾ ਸਿਸਟਮ ਅਬਿਊਜ਼ ਕੀਤਾ ਗਿਆ 2004 ਤੋਂ ਲੈ ਕੇ 2010 ਤੱਕ। ਮੈਨੂੰ ਕਹਿਣ ਲੱਗਿਆ ਵੀ ਸ਼ਰਮ ਆਉਂਦੀ ਹੈ, ਆਪਸ ਵਿੱਚ ਸਕੇ ਰਿਸ਼ਤੇਦਾਰ 'ਚ ਮਾਮੇ ਚਾਚੇ ਤਾਏ ਦੀਆਂ ਕੁੜੀਆਂ, ਜਿਹੜੇ ਕਜ਼ਨ ਭੈਣ ਭਰਾ ਲੱਗਦੇ ਸੀ, ਉਹ ਵੀ ਵੀਜ਼ਿਆਂ ਦੇ ਚੱਕਰ 'ਚ ਵਿਆਹ ਕਰਾ ਕੇ ਗਏ। ਜਦੋਂ ਜਾ ਕੇ ਉੱਥੇ 6-6 ਮਹੀਨੇ ਬਾਅਦ, ਸਾਲ ਬਾਅਦ ਤਲਾਕ ਲੈ ਕੇ ਉਹਨਾਂ ਨੇ ਆਪਣੇ ਆਪ ਨੂੰ ਅਲੱਗ ਸਾਬਤ ਕੀਤਾ। ਤੇ ਆਸਟ੍ਰੇਲੀਆ ਸਰਕਾਰ ਨੂੰ ਲੱਗਾ ਕਿ ਖਰੇ ਸਾਰੇ ਪੰਜਾਬੀ ਇੱਦਾਂ ਤਲਾਕ ਲੈ ਕੇ ਵਾਕੀ ਹੋ ਜਾਂਦੇ। ਪਰ ਜਦੋਂ ਸੱਚਾਈ ਦਾ ਪਤਾ ਲੱਗਾ, ਹੌਲੀ ਹੌਲੀ 2-4 ਸਾਲ ਬਾਅਦ ਜਦੋਂ ਪਤਲੇ ਖੁੱਲੇ, ਉਦੋਂ ਪਤਾ ਲੱਗਾ ਕਿ ਇਹ ਕੰਟਰੈਕਟ ਮੈਰਿਜਸ ਸੀਗੀਆਂ। ਅੱਜ ਤਾਂ ਹੀ ਆਸਟ੍ਰੇਲੀਆ ਕੰਟਰੈਕਟ ਮੈਰਿਜ ਨੂੰ ਲੈ ਕੇ ਜਾਂ ਸਪਾਊਸ ਵੀਜ਼ਾ ਲੈ ਕੇ ਨਕੇਲ ਕੱਸ ਕੇ ਬੈਠਾ। ਔਰ ਆਹੀ ਕਾਰਨ ਅੱਜ ਕੈਨੇਡਾ 'ਚ ਵੀ ਹੋ ਚੁੱਕਾ। ਜਿਉਂ ਦੇ ਲਵਪ੍ਰੀਤ ਨੇ ਸੁਸਾਈਡ ਕੀਤਾ, ਉਸ ਤੋਂ ਬਾਅਦ ਦੇਖੋ ਸਪਾਊਸ ਦੀਆਂ ਘੱਟੋ ਘੱਟ 9-9 ਮਹੀਨੇ ਹੋ ਗਏ, ਸਾਲ ਹੋ ਗਏ, ਫਾਈਲਾਂ ਵੈਸੀ ਫਸੀਆਂ ਪਈਆਂ। ਸੋ ਇਦਾਂ ਦੇ ਕੰਟਰੈਕਟ ਮੈਰਿਜ ਤੋਂ, ਸਿਰਫ ਵੀਜ਼ਿਆਂ ਦੇ ਚੱਕਰ 'ਚ ਅੱਜ ਤੁਹਾਡਾ ਬੱਚਾ ਕਾਬਲ ਹੈ, ਉੱਤੇ ਖੁਦ ਪੈਸੇ ਲਾ ਕੇ ਆਇਲਸ ਕਰਾ ਕੇ ਉਹਨੂੰ ਖੁਦ ਭੇਜ ਦਿਓ। ਤੁਹਾਡਾ ਬੱਚਾ ਕਾਬਲ ਨਹੀਂਗਾ, ਤੁਸੀਂ ਕਿਸੇ ਦੇ ਮੋਢੇ ਰੱਖ ਕੇ ਬੰਦੂਕ ਕਿਉਂ ਚਲਾਉਣਾ ਚਾਹੁੰਦੇ ਹੋ? ਹਾਂ, ਇੰਨੀ ਗੱਲ ਜ਼ਰੂਰ ਹੈ ਕਿ ਆਇਲਸ ਨੇ ਰਿਸ਼ਤਿਆਂ ਦੀ ਜਿਹੜੀ ਉਹ ਜਾਤ ਪਾਤ, ਉੱਚਾ ਨੀਵਾਂ ਸਭ ਮਿਟਾਤਾ। ਇਸ ਗੱਲੋਂ ਜ਼ਰੂਰ ਵਧੀਆ ਹੋ ਗਿਆ, ਬਟ ਕਿਤੇ ਨਾ ਕਿਤੇ ਅਸੀਂ ਕਦਰਾਂ ਕੀਮਤਾਂ ਨੂੰ ਵੀ ਛਿੱਕੇ ਟੰਗਿਆ। ਹਾਂ, ਵਿਆਹ ਕਰਾਓ, ਜੈਨੂਨ ਵਿਆਹ ਕਰਾਓ। ਤੁਹਾਡਾ ਵਿਆਹ 1 ਦਿਨ ਪੁਰਾਣਾ 'ਚ 1 ਸਾਲ ਪੁਰਾਣਾ, ਦੁਨੀਆ ਦੀ ਕੋਈ ਤਾਕਤ ਵੀਜ਼ਾ ਲੱਗਣ ਤੋਂ ਰੋਕ ਨਹੀਂ ਸਕਦੀ। ਪੰਗਾ ਉਦੋਂ ਪੈਂਦਾ ਜਦੋਂ ਅਸੀਂ ਵੀਜ਼ਾ ਅਫਸਰ ਨੂੰ ਗੁੰਮਰਾਹ ਕਰਕੇ, ਬੇਵਕੂਫ ਬਣਾ ਕੇ, ਉਹਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਵੀਜ਼ਾ ਅਫਸਰ ਤੁਹਾਨੂੰ ਰਿਫਿਊਜ਼ਲ ਅਫਸਰ ਬਣ ਕੇ ਟੱਕਰਦਾ। ਸੋ ਅੱਜ ਵੀ ਤੁਸੀਂ ਸਹੀ ਵਿਆਹ ਕਰਾ ਕੇ ਜਾਂਦੇ ਹੋ, ਤੁਹਾਨੂੰ ਆਸਟ੍ਰੇਲੀਆ ਵੈਲਕਮ ਕਹਿੰਦਾ, UK ਵੈਲਕਮ ਕਹਿੰਦਾ। ਬਹੁਤ ਸਾਰੀਆਂ ਕੰਟਰੀ ਜਿੱਥੇ ਤੁਸੀਂ ਮੀਆਂ ਬੀਬੀ ਇਕੱਠੇ ਨਾਲ ਜਾ ਸਕਦੇ ਹੋ। ਸੋ ਉਹ ਕੰਟਰੀ ਦੀ ਚੋਣ ਕਰੋ ਪ੍ਰਦੀਪ ਭਾਜੀ, ਜਿੱਥੇ ਕੁੜੀ ਦੇ ਨਾਲ ਮੁੰਡਾ ਨਾਲ ਜਾ ਸਕੇ, ਬੱਚਾ ਨਾਲ ਜਾ ਸਕੇ, ਤਾਂ ਕਿ ਇਕੱਠਾ ਪਰਿਵਾਰ ਰਹਿ ਸਕੇ। ਇਹ ਨਾ ਵੀ ਕੁੜੀ ਉੱਥੇ ਰੋਵੇ, ਮੁੰਡਾ ਇੱਥੇ ਰੋਵੇ। ਬਿਲਕੁਲ। ਔਰ ਰਾਜ ਸਾਹਿਬ, ਪ੍ਰੋਗਰਾਮ ਦਾ ਜਿਹੜਾ ਆਪਣਾ ਸਮਾਂ ਉਹ ਵੀ ਬਿਲਕੁਲ ਘੱਟ ਰਹਿ ਗਿਆ, ਤੇ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਇਹ ਦੱਸੋ, ਕਿਉਂਕਿ ਆਪਾਂ ਗੱਲਾਂ ਬਾਤਾਂ ਤਾਂ ਸਾਰੀਆਂ ਇਨਫੋਰਮੇਟਿਵ ਕਰ ਲਈਆਂ, ਤੇ ਨਾਲ ਦੀ ਨਾਲ ਹੁਣ ਇਹ ਦੱਸੋ ਵੀ RS ਗਲੋਬਲ ਇਮੀਗ੍ਰੇਸ਼ਨ ਵੱਲੋਂ ਕਿਹੜੀਆਂ ਸਰਵਿਸਿਜ਼ ਦਿੱਤੀਆਂ ਜਾਂਦੀਆਂ, ਕਿਹੜੀ ਕੰਟਰੀਜ਼ ਦੇ ਵਿੱਚ ਸਟੂਡੈਂਟ ਵੀਜ਼ੇ ਲਾਏ ਜਾਂਦੇ ਨੇ, ਕਿਹੜੀ ਕੰਟਰੀਜ਼ ਦੇ ਵਿੱਚ PR ਕੇਸ ਅਪਲਾਈ ਕੀਤੇ ਜਾਂਦੇ ਨੇ, ਔਰ ਕਿੰਨੇ ਕੁ ਸਟੂਡੈਂਟ ਆ ਜਿਨ੍ਹਾਂ ਦੇ ਭਵਿੱਖ ਦੇ ਵਿੱਚ ਤੁਸੀਂ ਆਪਣਾ ਉਹਨਾਂ ਦੀ ਘਰ ਦੀ ਨੀਂਹ ਦੇ ਵਿੱਚ ਆਪਣਾ ਯੋਗਦਾਨ ਪਾ ਚੁੱਕੇ ਹੋ? ਬਿਲਕੁਲ ਪ੍ਰਦੀਪ ਭਾਜੀ, RS ਗਲੋਬਲ ਪਿਛਲੇ 15 ਸਾਲਾਂ ਤੋਂ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ, ਜਲੰਧਰ, ਮੋਹਾਲੀ, ਅੰਮ੍ਰਿਤਸਰ 'ਚ ਆਪਣੀ ਸੇਵਾਵਾਂ ਦੇ ਰਿਹਾ। ਔਰ ਕੈਨੇਡਾ 'ਚ ਜਿਵੇਂ ਮੈਂ ਦੱਸ ਹਟਿਆ, 3 ਦਫ਼ਤਰ ਨੇ, ਮਿਸੀਸਾਗਾ ਦੇ ਵਿੱਚ, ਵਿਨੀਪੈਗ, ਐਡਮਿੰਟਨ ਦੇ ਵਿੱਚ, ਔਰ ਆਸਟ੍ਰੇਲੀਆ 'ਚ 1 ਦਫ਼ਤਰ ਹੈ ਮੈਲਬਰਨ 'ਚ। ਜਦੋਂ ਵੀ ਬਾਹਰ ਜਾਣ ਦੀ ਗੱਲ ਹੁੰਦੀ ਕਿ ਅਸੀਂ ਕੇਵਲ 1 2 3 4 5 10 ਨਹੀਂ, ਘੱਟੋ ਘੱਟ 35 ਮੁਲਕਾਂ 'ਚ ਬੱਚੇ ਭੇਜਦੇ ਹਾਂ। ਪੂਰਾ ਯੂਰਪ, ਚਾਹੇ ਉਹ ਫਰਾਂਸ ਹੈ, ਇਟਲੀ ਹੈ, ਸਵੀਡਨ ਹੈ, ਡੈਨਮਾਰਕ ਹੈ, ਜਰਮਨੀ ਹੈ, ਫਿਰ UK ਹੈ, ਕੈਨੇਡਾ, ਆਸਟ੍ਰੇਲੀਆ, US। ਸੋ ਹਰ ਤਰ੍ਹਾਂ ਦੀ ਕੰਟਰੀ ਦੀ ਆਪਸ਼ਨ ਸਾਡੇ ਕੋਲ ਅਵੇਲੇਬਲ ਹੈ। ਬੱਚਾ 12ਵੀਂ ਪਾਸ ਕੀਤਾ ਜਾਂ ਗ੍ਰੈਜੂਏਸ਼ਨ ਕੀਤੀ ਹੈ, ਉਹਨੇ ਆਇਲਸ ਕੀਤੀ ਹੈ 6 ਬੈਂਡ ਜਾਂ ਨਹੀਂ ਆਇਲਸ ਕੀਤੀ, ਹਰ ਤਰ੍ਹਾਂ ਦੀ ਬੱਚੇ ਦੀ ਪ੍ਰੋਫਾਈਲ ਦੇ ਮੁਤਾਬਕ, ਉਹਦੇ ਮਾਂ ਪਿਓ ਦੇ ਬਜਟ ਮੁਤਾਬਕ ਸਾਡੇ ਕੋਲ ਆਪਸ਼ਨ ਹੁੰਦੀ ਹੈ। ਤੁਸੀਂ 1 ਵਾਰ 2 ਵਾਰ ਕਿਸੇ ਕੰਟਰੀ ਤੋਂ ਰਿਫਿਊਜ਼ ਹੋ ਚੁੱਕੇ ਹੋ ਤਾਂ ਵੀ ਬਾਹਰਲੇ ਮੁਲਕ ਜਾ ਸਕਦੇ ਹੋ। ਸ਼ਰਤ ਸਿਰਫ ਇਹ ਹੁੰਦੀ ਕਿ ਤੁਹਾਡੀ ਇੰਟੈਂਸ਼ਨ ਪੜ੍ਹਾਈ ਕਰਕੇ ਜਾਣਾ ਹੋਣੀ ਚਾਹੀਦੀ ਹੈ। ਅਗਰ ਪੜ੍ਹਾਈ ਦੇ ਤੌਰ 'ਤੇ ਨਹੀਂ ਜਾਣਾ, ਤੁਸੀਂ ਪੱਕੇ ਤੌਰ 'ਤੇ ਜਾਣਾ ਚਾਹੁੰਦੇ ਹੋ, RS ਗਲੋਬਲ ਦੇ ਕੋਲ ਕਈ ਤਰ੍ਹਾਂ ਦੀ ਇਹੋ ਜਿਹੀਆਂ PR ਦੀਆਂ ਆਪਸ਼ਨ ਆ। ਜਿਵੇਂ ਕੈਨੇਡਾ 'ਚ ਐਕਸਪ੍ਰੈਸ ਐਂਟਰੀ ਦੀ ਗੱਲ ਕਰੀਏ, PNP ਦੀ ਗੱਲ ਕਰੀਏ। ਇੰਡੀਆ 'ਚ ਕੋਈ ਕਾਰੋਬਾਰੀ ਆ, 12ਵੀਂ ਪਾਸ ਹੈ, 40-45 ਸਾਲ ਉਮਰ ਹੈ, ਔਰ 5-7-10 ਸਾਲ ਤੋਂ ਕਾਰੋਬਾਰ ਕਰ ਰਿਹਾ, ਭਾਵੇਂ ਆਪਣੀ ਮਨਿਆਰੀ ਦੁਕਾਨ ਕਿਉਂ ਨਹੀਂ ਚਲਾ ਰਿਹਾ, ਉਹ ਵੀ ਬਾਹਰ ਜਾ ਕੇ ਬਿਜ਼ਨਸ ਕਰ ਸਕਦਾ, ਬਿਜ਼ਨਸ ਵੀਜ਼ਾ 'ਤੇ ਜਾ ਸਕਦਾ, ਐਂਟਰਪ੍ਰੇਨਿਓਰ ਵੀਜ਼ਾ 'ਤੇ ਜਾ ਸਕਦਾ, ਇਨਵੈਸਟਮੈਂਟ ਕੈਟਾਗਰੀ 'ਚ ਜਾ ਸਕਦਾ। ਲੋਕ ਵਰਕ ਪਰਮਿਟ 'ਤੇ ਜਾ ਸਕਦੇ ਨੇ। ਬਟ ਵਰਕ ਪਰਮਿਟ 'ਤੇ ਮੈਂ ਬੋਲੋ ਥੋੜ੍ਹਾ ਜਿਹਾ ਗੁਰੇਜ਼ ਇਸ ਕਰਕੇ ਕਰਦਾ ਕਿਉਂਕਿ ਪੰਜਾਬ 'ਚ ਵਰਕ ਪਰਮਿਟ ਨਾਲ ਠੱਗੀ ਜ਼ਿਆਦੀ ਅਤੇ ਸੱਚਾਈ ਘੱਟ ਹੈ। ਅੱਜ ਐਡ ਲੱਗਦੀ ਜੀ ਉੱਥੇ ਫੂਡ ਪੈਕਰ ਦੀ ਲੋੜ ਹੈ, ਖੇਤੀਬਾੜੀ ਕਾਮਿਆਂ ਦੀ ਲੋੜ ਹੈ। ਉਹ ਯਾਰ ਇੱਥੇ ਮਤਲਬ ਉੱਥੇ ਕਿੰਨੇ ਕੁ ਬੰਦੇ ਇਹਦੇ ਵਿਲੇ ਤੁਰੇ ਫਿਰਦੇ ਜਿਹੜੇ ਇੱਥੇ ਇੰਡੀਆ ਬੰਦੇ ਮੰਗਾਉਣ ਡੇ, ਲੋੜ ਉੱਥੇ ਵੀ ਉਨੀ ਕੁ ਹੈ। ਬਟ ਕਿ ਇਹ ਕਿ ਜਿਹੜਾ ਇੱਕ ਸਕਿੱਲ ਵਾਲਾ ਬੰਦਾ, ਫੋਰ ਐਗਜ਼ਾਮਪਲ ਅੱਜ ਗਲਫ ਕੰਟਰੀ ਕੋਈ ਟਰਾਲਾ ਡਰਾਈਵਰ ਹੈ, ਕ੍ਰੇਨ ਓਪਰੇਟਰ ਹੈ, ਉਹਦੀ ਕੈਨੇਡਾ ਵਰਕ ਪਰਮਿਟ ਦੀ ਲੋੜ ਹੈ।
ਤੁਸੀਂ LMIA ਲੈ ਕੇ ਲੀਮੀਆ ਲੈ ਕੇ ਕੈਨੇਡਾ ਵਰਕ ਪਰਮਿਟ ਤੇ ਜਾ ਸਕਦੇ ਹੋ। ਇੰਡੀਆ 'ਚ ਕੋਈ ਸ਼ੈਫ ਹੈ, ਕੋਈ ਕੁੱਕ ਹੈ, 4-5 ਸਾਲ ਤੋਂ ਕਿਸੇ ਵਧੀਆ ਹੋਟਲ 'ਚ ਕੰਮ ਕਰ ਰਿਹਾ, ਉਹਨੂੰ ਵਰਕ ਪਰਮਿਟ ਮਿਲਦਾ ਹੈ। ਤੁਸੀਂ ਇੰਡੀਆ 'ਚ ਅਕਾਊਂਟੈਂਟ ਹੋ, ਤੁਹਾਡੇ ਕੋਲ ਨਰਸਿੰਗ ਦਾ ਐਕਸਪੀਰੀਅੰਸ ਹੈ, ਹਰ ਤਰ੍ਹਾਂ ਦੀ ਕੈਨੇਡਾ ਦੇ ਵਰਕ ਪਰਮਿਟ ਦੀ ਅਵੇਲੇਬਿਲਿਟੀ ਸਾਡੇ ਕੋਲ ਹੈਗੀ ਹੈ। ਸਾਡੇ ਕੈਨੇਡਾ ਜਿਹੜੇ 3 ਦਫ਼ਤਰ ਨੇ ਉੱਥੇ ਤੁਹਾਨੂੰ ਜੋਬ ਆਫਰ LMIs ਨਰਸਸ ਲਈ, ਅਕਾਊਂਟੈਂਟ ਲਈ, ਟੀਚਰ ਲਈ, ਡਰਾਈਵਰਸ ਲਈ ਹਰ ਤਰ੍ਹਾਂ ਦੀ ਜੋਬ ਅਵੇਲੇਬਲ ਹੁੰਦੀਆਂ ਨੇ। ਪਰ ਡਿਪੈਂਡ ਕਰਦਾ ਤੁਹਾਡੀ ਜਿਹੜੀ ਐਲੀਜੀਬਿਲਿਟੀ ਕਿਹੜੀ ਕੈਟਾਗਰੀ 'ਚ ਬਣਦੀ ਹੈ। ਸੋ ਤੁਸੀਂ ਪੱਕੇ ਤੌਰ ਤੇ ਜਾਣਾ ਚਾਹੁੰਦੇ ਹੋ, ਤੁਸੀਂ ਸਟੂਡੈਂਟ ਵੀਜ਼ਾ 'ਤੇ ਜਾਣਾ ਚਾਹੁੰਦੇ ਹੋ, ਤੁਸੀਂ ਘੁੰਮਣ ਫਿਰਨ ਜਾਣਾ ਚਾਹੁੰਦੇ ਹੋ, ਤੁਸੀਂ ਕਾਰੋਬਾਰ ਕਰਨ ਜਾਣਾ ਚਾਹੁੰਦੇ ਹੋ, ਤੁਸੀਂ ਕੰਮ ਕਰਨ ਜਾਣਾ ਚਾਹੁੰਦੇ ਹੋ, ਹਰ ਤਰ੍ਹਾਂ ਦੀ ਕੈਟਾਗਰੀ ਸਾਡੇ ਕੋਲ ਆਪਸ਼ਨ ਅਵੇਲੇਬਲ ਹੈ। ਜਲੰਧਰ 'ਚ, ਮੋਹਾਲੀ 'ਚ, ਅੰਮ੍ਰਿਤਸਰ 'ਚ ਅਲੱਗ-ਅਲੱਗ ਥਾਂ ਤੇ ਦਫ਼ਤਰ ਹੈ। ਸਾਡਾ ਹੈਲਪਲਾਈਨ ਨੰਬਰ ਹੈ 70509 70509 70509 70599 70509। ਸੋ ਇਹਦੀ ਮੈਂ ਇੱਕ ਡਿਟੇਲ 'ਚ ਹੋਰ ਦੱਸ ਦਿਆਂ ਕਿ ਬੇਸਿਕਲੀ ਮੈਂ ਔਰ ਮੇਰੀ ਕੰਪਨੀ ਪਿਛਲੇ 5-6 ਸਾਲ ਤੋਂ ਅਸੀਂ ਸੋਸ਼ਲ ਮੀਡੀਆ ਕਾਫੀ ਐਕਟਿਵ ਹਾਂ। ਤੁਸੀਂ ਸਾਡਾ ਫੇਸਬੁੱਕ ਪੇਜ RS ਗਲੋਬਲ ਇਮੀਗ੍ਰੇਸ਼ਨ ਔਰ YouTube ਚੈਨਲ ਸਬਸਕ੍ਰਾਈਬ ਕਰ ਸਕਦੇ ਹੋ। ਇੱਦਾਂ ਦੀਆਂ ਅਵੇਅਰਨੈਸ ਦੀਆਂ ਵੀਡੀਓ ਦੇਖਣ ਦੇ ਲਈ ਸਾਡਾ ਮਕਸਦ ਸਾਡੇ ਦਫ਼ਤਰ ਆਓ ਤੇ ਵੀਜ਼ੇ ਲਵਾਓ ਤੇ ਸਾਨੂੰ ਪੈਸੇ ਦਿਓ, ਸਾਡੇ ਕਾਰੋਬਾਰ ਨਿਗਾ। ਸਾਡਾ ਮਕਸਦ ਹੈ ਕਿ ਘਰ ਘਰ ਮੋਬਾਈਲ ਫੋਨ ਦੇ ਜ਼ਰੀਏ ਮੈਂ ਲੋਕਾਂ 'ਚ ਅਵੇਅਰਨੈਸ ਫੈਲਾਵਾਂ, ਇੱਕ ਇਹੋ ਜਿਹੀ ਮੈਂ ਜਾਗਰੂਕਤਾ ਫੈਲਾਵਾਂ ਤਾਂ ਕਿ ਬੰਦਾ ਸਹੀ ਤੇ ਗਲਤ ਦੀ ਘਰ ਬੈਠੇ ਪਛਾਣ ਕਰ ਸਕੇ। ਸੋ ਬਹੁਤ ਬਹੁਤ ਧੰਨਵਾਦ ਰਾਈ ਸਾਹਿਬ, ਤੁਸੀਂ ਟਾਈਮ ਦੇ ਵਿੱਚੋਂ ਟਾਈਮ ਕੱਢਿਆ ਔਰ ਸਾਡੇ ਦਰਸ਼ਕਾਂ ਦੇ ਲਈ ਖਾਸ ਜਾਣਕਾਰੀ ਜਿਹੜੀ ਉਹ ਮੁਹੱਈਆ ਕਰਾਈ ਇਮੀਗ੍ਰੇਸ਼ਨ ਨੂੰ ਲੈ ਕੇ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮੇਰਾ ਅਮਰੀਕਾ, ਜਿਹਦੇ ਵਿੱਚ ਅਸੀਂ ਗੱਲਬਾਤ ਕੀਤੀ ਹੈ ਸੁਖਚੈਨ ਸਿੰਘ ਰਾਹੀ ਹੋਣਾ ਦੇ ਨਾਲ RS ਗਲੋਬਲ ਤੋਂ। ਔਰ ਉਹਨਾਂ ਦਾ ਕਹਿਣਾ ਵੀ ਹਰ ਬਿਜ਼ਨਸ ਦੇ ਵਿੱਚ ਕਾਲੀਆਂ ਭੇਡਾਂ ਚਿੱਟੀਆਂ ਭੇਡਾਂ ਹੁੰਦੀਆਂ ਨੇ, ਕਾਲੀਆਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਨਕਾਰਨਾ ਔਰ ਚਿੱਟੀਆਂ ਦੀ ਪਹਿਚਾਣ ਕਰਕੇ ਉਹਨਾਂ ਦੇ ਨਾਲ ਕੰਮ ਕਰਨਾ ਸਾਡੀ ਤਰਜੀਹ ਹੋਣੀ ਚਾਹੀਦੀ ਹੈ। ਅੱਜ ਦੇ ਪ੍ਰੋਗਰਾਮ ਨਾਲ ਰਿਲੇਟਡ ਤੁਹਾਡਾ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ gilpardeep11@yahoo.in ਔਰ RS ਗਲੋਬਲ ਇਮੀਗ੍ਰੇਸ਼ਨ ਦਾ ਨੰਬਰ ਜਿਹੜਾ ਨੀਚੇ ਫਲੈਸ਼ ਹੋ ਰਿਹਾ, ਇਹਦੇ ਤੇ ਕਾਲ ਕਰਕੇ ਤੁਸੀਂ ਇਹਨਾਂ ਦੇ ਨਾਲ ਸਿੱਧਾ ਰਾਬਤਾ ਵੀ ਕਾਇਮ ਕਰ ਸਕਦੇ ਹੋ। ਹੁਣ ਮੈਨੂੰ ਦਿਓ ਇਜਾਜ਼ਤ, ਧੰਨਵਾਦ, ਰੱਬ ਰਾਖਾ।